कृष्ण चंद्र द्वारा लिखिया ते धर्मेश शाहिर द्वारा अनुवादित नॉवल है एक औरत हजार दीवाने। 12वां अध्याय। खूब चंद ने मना कर दिता सी, फिर भी लाची दी तस्वीर दी गल हौली हौली सारी जेल च फैल गई। औरतां दी जेल च जद इस गल दा पता चलिया तो बहुत सारियां औरतां जीना बाई दे जरिए लाची नूं वेखण लई आउण लगियां ते उस नाल दोस्ती दी इच्छा भी ਜ਼ਾਹਰ ਕਰਨ ਲੱਗੀਆਂ। ਉਹਨਾਂ ਵਿੱਚ ਮਸ਼ਹੂਰ ਫਿਲਮੀ ਸਟਾਰ ਦਿਲਾਰਾ ਵੀ ਸੀ, ਜਿਹਨੂੰ ਧੋਖਾ ਦੇਣ ਦੇ ਜੁਰਮ 'ਚ 3.5 ਸਾਲ ਕੈਦ ਦੀ ਸਜ਼ਾ ਹੋਈ ਸੀ। ਦਿਲਾਰਾ ਦਾ ਕੱਦ ਲਾਚੀ ਦੇ ਕੱਦ ਤੋਂ ਵੀ ਲੰਬਾ ਸੀ। ਉਹ ਬਹੁਤ ਹੀ ਸੋਹਣੀ ਸੀ, ਗੱਲਾਂ ਤੇ ਗੁਲਾਬ ਖਿੜੇ ਹੋਏ ਸਨ ਤੇ ਅੱਖਾਂ 'ਚ ਕਮਲ ਵਰਗੀ ਪਵਿੱਤਰਤਾ ਸੀ। ਉਹਨੂੰ ਵੇਖ ਕੇ ਕੋਈ ਇੱਕ ਪਲ ਲਈ ਵੀ ਨਹੀਂ ਸੀ ਸੋਚ ਸਕਦਾ ਕਿ ਇਹ ਔਰਤ ਕਿਸੇ ਤਰ੍ਹਾਂ ਦਾ ਧੋਖਾ ਕਰ ਸਕਦੀ ਹੈ। ਇਸ ਲਈ ਜਦੋਂ ਪਹਿਲੀ ਵਾਰ ਲਾਚੀ ਨੂੰ ਮਿਲੀ ਤਾਂ ਲਾਚੀ ਨੂੰ ਉਹਦਾ ਜੁਰਮ ਸੁਣ ਕੇ ਬੜਾ ਅਚੰਭਾ ਹੋਇਆ। ਉਸ ਵਕਤ ਸਰਕਲ ਦੇ ਮੈਦਾਨ 'ਚ ਜਾਮਣ ਦੇ ਦਰਖਤ ਦੇ ਥੱਲੇ ਘਾਹ ਛਿੱਲ ਰਹੀ ਸੀ। ਜਦ ਜੀਨਾ ਦਿਲਾਰਾ ਨੂੰ ਉਹਦੇ ਕੋਲ ਛੱਡ ਗਈ ਤਾਂ ਦੋਵੇਂ ਖੁਰਪੀ ਲੈ ਕੇ ਘਾਹ ਲੱਦਿਆਂ ਛਿਲਦਿਆਂ ਗੱਲਾਂ ਕਰਨ ਲੱਗੀਆਂ। ਲਾਚੀ ਨੇ ਹੱਸ ਕੇ ਕਿਹਾ, ਤੂੰ ਤਾਂ ਇਉਂ ਲੱਗਦੀ ਹੈ ਕਿ ਤੇਰੇ ਨਾਲ ਧੋਖਾ ਕੀਤਾ ਜਾ ਸਕਦਾ, ਤੂੰ ਕਿਸੇ ਨੂੰ ਧੋਖਾ ਨਹੀਂ ਦੇ ਸਕਦੀ। ਦਿਲਾਰਾ ਹੱਸ ਕੇ ਬੋਲੀ, ਨਹੀਂ, ਮੈਂ ਤਾਂ ਸੱਚਮੁੱਚ ਹੀ ਧੋਖਾ ਦਿੱਤਾ ਸੀ। ਉਹ ਸਿੰਧੀ ਸੇਠ ਬੜਾ ਚਲਾਕ ਬਣਦਾ ਸੀ। ਮੈਂ ਉਹ ਤੋਂ 30,000 ਰੁਪਏ ਠੱਗ ਲਏ। ਕਿਸ ਵਾਸਤੇ? ਮੈਨੂੰ ਪੈਸਿਆਂ ਦੀ ਜ਼ਰੂਰਤ ਸੀ। ਲਾਚੀ ਨੂੰ ਆਪਣੀ ਗੱਲ ਯਾਦ ਆਈ। ਠੀਕ ਹੈ, ਪੈਸਿਆਂ ਦੀ ਲੋੜ ਉਂਝ ਤਾਂ ਰਹਿੰਦੀ ਹੈ, ਪਰ ਕਦੇ-ਕਦੇ ਬੜੀ ਰਕਮ ਦੀ ਲੋੜ ਵੀ ਪੈ ਜਾਂਦੀ ਹੈ। ਇੱਕ ਮਾਮੂਲੀ ਜਿਹੀ ਰਕਮ ਲਈ ਉਹਨੇ ਵੀ ਖੂਨ ਕਰਤਾ ਸੀ। ਇਸ 3,000 ਦੇ ਧੋਖੇ ਵਿੱਚ ਕੋਈ ਸਵਾਦ ਦੀ ਗੱਲ ਨਹੀਂ ਸੀ। ਜ਼ਰੂਰ ਕੋਈ ਖਾਸ ਗੱਲ ਹੋਏਗੀ, ਤਾਂ ਹੀ ਤਾਂ ਇਸ ਔਰਤ ਨੇ ਇੰਨਾ ਵੱਡਾ ਧੋਖਾ ਦਿੱਤਾ। ਲਾਚੀ ਨੂੰ ਅਜੀਬ ਜਿਹਾ ਲੱਗਿਆ। ਉਹਨੇ ਪੁੱਛਿਆ, ਤੂੰ ਫਿਲਮ 'ਚ ਕੰਮ ਕਰਕੇ ਕਿੰਨਾ ਕਮਾ ਲੈਂਦੀ ਹੈ? ਮੈਂ 15-20,000 ਰੁਪਏ ਮਹੀਨਾ ਕਮਾ ਲੈਂਦੀ ਹਾਂ। ਫਿਰ ਤੂੰ 30,000 ਰੁਪਏ ਲਈ ਧੋਖਾ ਕਿਉਂ ਕੀਤਾ? ਮੈਂ ਇੱਕ ਗੱਡੀ ਖਰੀਦਣਾ ਚਾਹੁੰਦੀ ਸੀ। ਇੱਕ ਮਹਾਰਾਜ ਉਹਨੂੰ 60,000 ਰੁਪਏ ਵਿੱਚ ਵੇਚ ਰਿਹਾ ਸੀ ਤੇ ਉਹ ਅਜਿਹੀ ਪਿਆਰੀ ਗੱਡੀ ਸੀ ਕਿ 60,000 ਰੁਪਏ 'ਚ ਵੀ ਸਸਤੀ ਸੀ, ਪਰ ਰਕਮ ਮੇਰੇ ਕੋਲੇ ਨਹੀਂ ਸੀ ਤੇ ਸਿੰਧੀ ਸੇਠ ਕਾਫੀ ਸਮੇਂ ਤੋਂ ਮੇਰੇ ਪਿੱਛੇ ਪਿਆ ਸੀ। ਮੈਂ ਉਹਨੂੰ ਬੇਵਕੂਫ ਬਣਾਇਆ। ਇੱਕ ਗੱਡੀ ਲਈ? ਕਿ ਤੇਰੇ ਕੋਲ ਇਹ ਤੋਂ ਪਹਿਲਾਂ ਕੋਈ ਗੱਡੀ ਨਹੀਂ ਸੀ? ਹਾਂ, 2 ਸਨ, ਪਰ ਮੈਂ ਤਾਂ ਇਹ ਨਵੀਂ ਗੱਡੀ ਲੈਣਾ ਚਾਹੁੰਦੀ ਸੀ ਤੇ ਜੇ ਤੂੰ ਉਹਨੂੰ ਵੇਖੇ ਤਾਂ ਜਾਨ ਨਿਕਲ ਜਾਏਗੀ। ਕਿੰਨੀ ਪਿਆਰੀ ਸਵੀਟ ਗੱਡੀ ਹੈ, ਸਿਲਵਰ ਗ੍ਰੇ। ਦਲਿਆਰਾ ਨੇ ਖੁਰਪੀ ਛੱਡ ਕੇ ਆਪਣੇ ਦੋਵੇਂ ਹੱਥ ਖੁਸ਼ੀ ਨਾਲ ਆਪਣੇ ਸੀਨੇ ਤੇ ਰੱਖ ਲਏ। ਉਹਦੀਆਂ ਤਲੀਆਂ ਦੇ ਤੇ ਸਿਲਵਰ ਗ੍ਰੇ ਗੱਡੀ ਚਮਕ ਰਹੀ ਸੀ। ਲਾਚੀ ਕਾਫੀ ਦੇਰ ਤੱਕ ਕੁਝ ਨਾ ਬੋਲੀ। ਉਹ ਸਿਰ ਝੁਕਾਈ ਖੁਰਪੀ ਨਾਲ ਘਾਹ ਗੁੱਡਦੀ ਰਹੀ। ਉਹਦੀਆਂ ਕੁਝ ਭੈਣਾਂ ਸਦਾ ਪੁਰਾਣੀ ਰਸਮਾਂ ਰਿਵਾਜ਼ਾਂ 'ਚ ਜਕੜੀਆਂ ਹੋਈਆਂ, ਗੁਰਮਤ ਭੁੱਖ ਤੇ ਬਦਨਸੀਬੀ ਦਾ ਸ਼ਿਕਾਰ। ਜੇਕਰ ਉਹ ਔਰਤਾਂ ਚੋਰੀ ਕਰਦੀਆਂ ਸਨ, ਧੋਖਾ ਦਿੰਦੀਆਂ ਸਨ, ਤੇ ਇਹ ਗੱਲ ਸਮਝ 'ਚ ਆਉਂਦੀ ਸੀ। ਇੱਕ ਨਵੀਂ ਗੱਡੀ ਵਾਸਤੇ ਧੋਖਾ ਦੇਣ ਦੀ ਗੱਲ ਲਾਚੀ ਦੀ ਸਮਝ 'ਚ ਨਾ ਆਈ। ਤੇ ਫਿਰ ਜਦ ਕਿਸੇ ਕੋਲ 2 ਗੱਡੀਆਂ ਪਹਿਲਾਂ ਹੀ ਹੋਣ, ਲਾਚੀ ਨੇ ਨਜ਼ਰਾਂ ਚੁੱਕੀਆਂ। ਦਿਲਾਰਾ ਨੂੰ ਦੇਖਿਆ। ਕਿੰਨੀ ਪਿਆਰੀ ਖੂਬਸੂਰਤ ਜੀ ਕੁੜੀ ਸੀ। ਕੋਈ ਗੱਡੀ ਉਹ ਤੋਂ ਜ਼ਿਆਦਾ ਖੂਬਸੂਰਤ ਨਹੀਂ ਹੋ ਸਕਦੀ। ਇਨਸਾਨ ਇੱਕ ਵਧੀਆ ਖੂਬਸੂਰਤੀ ਨੂੰ ਵੇਚ ਕੇ ਘਟੀਆ ਖੂਬਸੂਰਤੀ ਕਿਉਂ ਲੈ ਲੈਂਦਾ ਹੈ? ਕਿਹੋ ਜਿਹਾ ਸੌਦਾ ਹੈ? ਲਾਚੀ ਨੇ ਜਿਵੇਂ ਗੁੱਸੇ ਨਾਲ ਕਿਹਾ, ਤੈਨੂੰ ਇੱਕ ਘਟੀਆ ਲੋਹੇ ਦੀ ਗੱਡੀ ਦੇ ਲਈ ਧੋਖਾ ਦਿੰਦਿਆਂ ਸ਼ਰਮ ਨਾ ਆਈ? ਦਿਲਾਰਾ ਨੇ ਲਾਚੀ ਵੱਲ ਵੇਖਿਆ। ਉਹਨੂੰ ਬਿਲਕੁਲ ਵੀ ਗੁੱਸਾ ਨਹੀਂ ਆਇਆ। ਫਿਰ ਉਹ ਥੋੜਾ ਜਿਹਾ ਹੱਸੀ, ਪਰ ਜਦ ਉਹਨੇ ਲਾਚੀ ਦੀਆਂ ਅੱਖਾਂ 'ਚੋਂ ਈਮਾਨ ਤੇ ਸੱਚਾਈ ਦੇ ਅੰਗਿਆਰੇ ਨਿਕਲਦੇ ਵੇਖੇ ਤਾਂ ਹੈਰਾਨ ਰਹਿ ਗਈ। ਉਹਦੀਆਂ ਅੱਖਾਂ ਝੁਕ ਗਈਆਂ। ਉਹ ਘਾਹ ਦੀ ਜੜ੍ਹ ਤੋਂ ਭੂਰੀ ਮਿੱਟੀ ਝਾੜਦਿਆਂ ਬੋਲੀ, ਮੈਂ ਜਦ 7 ਸਾਲ ਦੀ ਸੀ ਤਾਂ ਪਹਿਲੀ ਵਾਰ ਵੇਚੀ ਗਈ ਸੀ। ਖੁਦ ਮੇਰੇ ਮਾਂ-ਬਾਪ ਨੇ ਮੈਨੂੰ 800 ਰੁਪਏ 'ਚ ਵੇਚ ਦਿੱਤਾ ਸੀ। ਤੂੰ ਯਕੀਨ ਨਹੀਂ ਕਰੇਂਗੀ। ਕਰ ਸਕਦੀ ਹਾਂ, ਲਾਚੀ ਬੋਲੀ। ਸਾਡੇ ਤਾਂ ਇਹੋ ਹੁੰਦਾ, ਖੁਦ ਮੇਰੇ ਨਾਲ ਹੋ ਚੁੱਕਿਆ। 7 ਸਾਲ ਤੋਂ 17 ਸਾਲ ਤੱਕ ਮੈਂ 10 ਵਾਰ ਵੇਚੀ ਗਈ ਹਾਂ। ਹਰ ਸਾਲ ਮੇਰਾ ਬਾਪ ਬਦਲ ਜਾਂਦਾ ਸੀ। ਹਰ ਸਾਲ ਇੱਕ ਨਵਾਂ ਖਰੀਦਦਾਰ ਮੈਨੂੰ ਖਰੀਦਿਆ ਕਰਦਾ ਸੀ। ਹਰ ਸਾਲ ਮੇਰੀ ਕੀਮਤ ਵੱਧ ਜਾਂਦੀ ਸੀ ਕਿਉਂਕਿ ਮੈਂ ਬਹੁਤ ਖੂਬਸੂਰਤ ਹਾਂ। ਹਾਂ, ਤੂੰ ਸੱਚਮੁੱਚ ਬਹੁਤ ਖੂਬਸੂਰਤ ਹੈ, ਲਾਚੀ ਨੇ ਕਿਹਾ। ਬਿਲਕੁਲ ਗੁੱਡੀ ਜਾਪਦੀ ਹੈ। ਦਿਲਾਰਾ ਬੋਲੀ, ਜਦ ਮੈਂ ਛੋਟੀ ਸੀ ਤਾਂ ਮੇਰੇ ਖਰੀਦਦਾਰ ਮੇਰੇ ਮਾਂ-ਬਾਪ ਬਣ ਜਾਂਦੇ ਸਨ। ਜਦ ਮੈਂ ਵੱਡੀ ਹੋਈ ਤਾਂ ਉਹ ਮੇਰੇ ਪਤੀ ਹੋਣ ਲੱਗੇ। ਜਦ ਮੈਂ ਫਿਲਮਾਂ 'ਚ ਆਈ ਤਾਂ ਕੋਈ ਮਾਂ ਨਾ ਰਹੀ, ਕੋਈ ਬਾਪ ਨਾ ਰਿਹਾ, ਕੋਈ ਪਤੀ ਨਾ ਰਿਹਾ, ਸਭ ਦਲਾਲ ਬਣ ਗਏ। ਕੀ ਇਹ ਧੋਖਾ ਨਹੀਂ? ਤੇ ਕਿਰਦਾਰ ਕੀ ਹੈ ਇਹਦਾ ਮੈਨੂੰ ਪਤਾ ਨਹੀਂ, ਪਰ ਮੈਨੂੰ ਪਤਾ ਹੈ, ਲਾਚੀ ਨੇ ਰੋਬ ਨਾਲ ਕਿਹਾ। ਕੁਝ ਦੇਰ ਤੱਕ ਦੋਵੇਂ ਚੁੱਪ ਰਹੀਆਂ। ਖੁਰਪੀਆਂ ਹੌਲੀ-ਹੌਲੀ ਚੱਲਦੀਆਂ ਰਹੀਆਂ। ਫਿਰ ਲਾਚੀ ਨੇ ਪੁੱਛਿਆ, ਕੀ ਮੈਂ ਫਿਲਮ ਸਟਾਰ ਬਣ ਸਕਦੀ ਹਾਂ? ਥੋੜੀ ਜਿਹੀ ਖੜੀ ਹੋ ਕੇ ਵਿਖਾ। ਦਿਲਾਰਾ ਨੇ ਇਸ਼ਾਰਾ ਕੀਤਾ। ਲਾਚੀ ਖੁਰਪੀ ਸੁੱਟ ਕੇ ਜਾਮਣ ਦੇ ਦਰਖਤ ਹੇਠਾਂ ਖੜੀ ਹੋ ਗਈ। ਉਹਦੇ ਸਾਹਮਣੇ ਦਿਲਾਰਾ ਖੜੀ ਹੋ ਗਈ ਤੇ ਉਹਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਤੇ ਬੋਲੀ,
ਨੀ ਤੂੰ ਤਾਂ ਲੁੱਟ ਕੇ ਖਾ ਜਾਏਂਗੀ। ਲਾਚੀ ਹੱਸਦਿਆਂ ਬੋਲੀ, ਹਮੀਦਾ ਵੀ ਇਹੋ ਕਹਿੰਦਾ ਸੀ। ਕੌਣ ਕਹਿੰਦਾ? ਇੱਕ ਟੈਕਸੀ ਡਰਾਈਵਰ ਹੈ ਸਟੇਸ਼ਨ ਤੇ। ਦਿਲਾਰਾ ਨੇ ਆਕੜ ਕੇ ਕਿਹਾ। ਉਹ ਟੈਕਸੀ ਵਾਲਾ ਤੈਨੂੰ ਫਿਲਮ ਸਟਾਰ ਕੀ ਬਣਾਊਗਾ? ਮੈਂ ਬਣਾ ਸਕਦੀ ਹਾਂ। ਸੱਚੀ? ਪਰ ਇਹਦੇ ਲਈ ਮੈਨੂੰ ਕੀ ਕਰਨਾ ਪਊਗਾ? ਲਾਚੀ ਨੇ ਉਤਸੁਕਤਾ ਨਾਲ ਪੁੱਛਿਆ। ਸਭ ਤੋਂ ਪਹਿਲਾਂ ਤੈਨੂੰ ਆਪਣੀ ਇੱਜ਼ਤ ਦੇਣੀ ਪਊਗੀ। ਲਾਚੀ ਬੁੱਝ ਕੇ ਜਾਮਣ ਦੇ ਦਰਖਤ ਹੇਠਾਂ ਬੈਠ ਗਈ। ਤੂੰ ਵੀ ਦਿਲਾਗ, ਤੂੰ ਵੀ ਇਹੋ ਕਹਿੰਦੀ ਹੈ? ਫਿਰ ਤਾਂ ਇਹ ਜੇਲ੍ਹ ਚੰਗੀ ਹੈ, ਲਾਚੀ ਨੇ ਉਦਾਸ ਹੁੰਦਿਆਂ ਕਿਹਾ ਤੇ ਫਿਰ ਖੁਰਪੀ ਚਲਾਉਣ ਲੱਗੀ। ਇਹਨੇ ਨੂੰ ਜੀਨਾ ਬਾਈ ਦੌੜਦੀ ਆਈ ਤੇ ਕਿਹਾ, ਦਿਲਾਰਾ ਨੂੰ ਕਹਿਣ ਲੱਗੀ, ਚੱਲ ਉਧਰ ਦਫ਼ਤਰ 'ਚ ਕਾਲੀ ਚਰਨ ਸਾਹਿਬ ਤੈਨੂੰ ਬੁਲਾਉਂਦੇ ਨੇ। ਦਿਲਾਰਾ ਨੇ ਹੈਰਾਨ ਹੋ ਕੇ ਪੁੱਛਿਆ, ਕੀ ਗੱਲ ਹੋਈ? ਉੱਥੇ ਕੋਈ ਪ੍ਰੋਡਿਊਸਰ ਤੈਨੂੰ ਮਿਲਣ ਲਈ ਆਇਆ? ਦਿਲਾਰਾ ਨੇ ਖੁਰਪੀ ਛੱਡ ਦਿੱਤੀ। ਫਿਰ ਇੱਕ ਨਲਕੇ ਤੋਂ ਪਾਣੀ ਨਾਲ ਹੱਥ ਧੋਤੇ ਤੇ ਜੀਨਾ ਬਾਈ ਦੇ ਨਾਲ ਕਾਲੀ ਚਰਨ ਦੇ ਦਫ਼ਤਰ ਵੱਲ ਚਲੀ ਗਈ। ਕਾਲੀ ਚਰਨ ਦੇ ਦਫ਼ਤਰ 'ਚ ਅਬਦੁਲ ਸਲਾਮ ਤੇ ਮੀਰ ਚੰਦਾਨੀ ਦੋਵੇਂ ਬੈਠੇ ਸਨ। ਦਿਲਾਰਾ ਅੰਦਰ ਆ ਕੇ ਮੀਰ ਚੰਦਾਨੀ ਦੇ ਕੋਲ ਬੈਠ ਗਈ ਤੇ ਉਹਦੇ ਸਿਗਰਟਾਂ ਵਾਲੇ ਡੱਬੇ 'ਚੋਂ ਇੱਕ ਸਿਗਰਟ ਕੱਢ ਕੇ ਪੀਣ ਲਈ ਆਪਣੇ ਮੂੰਹ 'ਚ ਪਾ ਲਈ। ਹਾਜੀ ਤੇ ਮੀਰ ਚੰਦਾਨੀ ਦੋਵਾਂ ਨੇ ਆਪਣੇ ਲਾਈਟਰ ਜਲਾਏ ਤੇ ਅੱਗੇ ਵਧਾ ਦਿੱਤੇ। ਸੱਜੇ ਖੱਬੇ ਦਿਲਾਰਾ ਦੇ ਸਾਹਮਣੇ 2 ਲਾਈਟਰ ਸਨ। ਦਿਲਾਰਾ ਨੇ ਦੋਵੇਂ ਪਾਸੇ ਦੇਖਿਆ, ਫਿਰ ਹਾਜੀ ਵੱਲੋਂ ਮੂੰਹ ਫੇਰ ਲਿਆ ਤੇ ਮੀਰ ਚੰਦਾਨੀ ਦੇ ਲਾਈਟਰ ਤੇ ਝੁਕ ਗਈ। ਕੁਝ ਪਲਾਂ ਬਾਅਦ ਉਹਦੇ ਪਤਲੇ ਪਤਲੇ ਬੁੱਲਾਂ 'ਚੋਂ ਧੂਏ ਦੇ ਨਰਮ ਨਰਮ ਜਿਹੇ ਛੱਲੇ ਨਿਕਲਣ ਲੱਗੇ। ਹਾਜੀ ਨੇ ਉਦਾਸ ਹੋ ਕੇ ਆਪਣਾ ਲਾਈਟਰ ਬੁਝਾ ਲਿਆ। ਹਾਜੀ ਦਿਲਾਰਾ ਨੂੰ ਬਹੁਤ ਚਾਹੁੰਦਾ ਸੀ। ਉਸ ਲਈ ਰਾਤ ਦਿਨ ਹੌਕੇ ਲੈਂਦਾ ਸੀ। ਉਹ ਉਸ ਲਈ 20,000 ਰੁਪਏ ਤੱਕ ਖਰਚ ਕਰਨ ਲਈ ਤਿਆਰ ਸੀ। ਪਰ ਦਿਲਾਰਾ ਨਾਲ ਜਦ ਵੀ ਗੱਲ ਕੀਤੀ ਉਹ 1 ਲੱਖ ਦੀ ਗੱਲ ਕਰਦੀ ਸੀ। ਹੁਣ ਇਹ ਤਾਂ ਪਿਆਰ ਹੈ, ਹਾਜੀ ਨੇ ਸੋਚਿਆ। ਬਿਜ਼ਨਸ ਤਾਂ ਹੈ ਨਹੀਂ ਕਿ ਆਦਮੀ 1 ਲੱਖ ਤਾਂ ਇੱਕ ਪਾਸੇ 10 ਲੱਖ ਵੀ ਦਾ ਜੂਆ ਵੀ ਖੇਡ ਸਕਦਾ ਹੈ। ਬਿਜ਼ਨਸ 'ਚ ਰਿਸਕ ਤਾਂ ਲੈਣਾ ਪੈਂਦਾ, ਪਰ ਪਿਆਰ 'ਚ ਇੰਨਾ ਰਿਸਕ ਕੌਣ ਲਵੇ? ਹੁਣ ਜਾਂ 15-20 ਹਜ਼ਾਰ ਦੀ ਗੱਲ ਹੁੰਦੀ ਤਾਂ ਖੈਰ ਚੱਲੋ, ਇਸ ਰਕਮ ਨੂੰ ਦਿਲਾਰਾ ਤੇ ਕੁਰਬਾਨ ਕਰ ਦਿੰਦਾ। ਪਰ ਇਹ ਕੰਬਖਤਾ ਪਿਆਰ ਨੂੰ ਵੀ ਬਿਜ਼ਨਸ ਬਣਾਈ ਬੈਠੀ ਸੀ। ਹੁਣ ਇਹਨੂੰ ਕੌਣ ਸਮਝਾਵੇ ਕਿ ਪਿਆਰ ਪਿਆਰ ਤੇ ਬਿਜ਼ਨਸ ਬਿਜ਼ਨਸ ਹੈ। ਬਿਜ਼ਨਸ ਨੂੰ ਬਿਜ਼ਨਸ ਵਾਂਗ ਚਲਾਉਣਾ ਚਾਹੀਦਾ ਤੇ ਪਿਆਰ ਨੂੰ ਪਿਆਰ ਵਾਂਗ ਹੀ ਵੇਖਣਾ ਚਾਹੀਦਾ ਹੈ। ਚਲੋ, ਕੋਈ ਹੋਰ ਮਿਲ ਜਾਏਗੀ। ਦੁਨੀਆ 'ਚ ਔਰਤਾਂ ਤੇ ਪਿਆਰ ਦੀ ਕੋਈ ਘਾਟ ਨਹੀਂ। ਤੇ ਮੀਰ ਚੰਦਾਨੀ ਤਾਂ ਇੱਕ ਪੈਸਾ ਵੀ ਦੇਣ ਨੂੰ ਤਿਆਰ ਨਹੀਂ ਸੀ। ਉਹਨੂੰ ਇਸ ਖੁਸ਼ ਮਿਜਾਜ਼ ਇਨਸਾਨ ਦੀ ਨਜ਼ਰ ਨਾਲ ਹੀ ਦੇਖਦਾ ਸੀ। ਕੁਝ ਖੁਸ਼ਗਵਾਰ ਪਲਾਂ ਦਾ ਸਾਥ ਦੇਣ ਵਾਲੀ ਸਾਥੀ। ਦੋਵਾਂ ਨੂੰ ਬ੍ਰਿਜ ਦਾ ਬਹੁਤ ਸ਼ੌਕ ਸੀ। ਚੰਗੀਆਂ ਸਿਗਰਟਾਂ ਦਾ, ਚੰਗੇ ਕੱਪੜਿਆਂ ਦਾ, ਵਧੀਆ ਗੱਡੀਆਂ ਦਾ, ਵਧੀਆ ਸ਼ਰਾਬ ਦਾ। ਔਰਤ ਤੇ ਮਰਦ ਦੇ ਸਬੰਧ ਤਾਂ ਮੀਰ ਚੰਦਾਨੀ ਲਈ ਘੱਟ ਹੈਸੀਅਤ ਰੱਖਦੇ ਸਨ। ਔਰਤਾਂ ਮੀਰ ਚੰਦਾਨੀ ਨੂੰ ਸਿਰਫ ਇਸ ਲਈ ਚੰਗੀਆਂ ਲੱਗਦੀਆਂ ਸੀ ਕਿ ਉਹ ਚੰਗੇ ਸਮੇਂ ਦਾ ਇੱਕ ਵਧੀਆ ਸਹਾਰਾ ਸਨ। ਡਰਾਇੰਗ ਰੂਮ 'ਚ ਉਹਨਾਂ ਦੇ ਭੋਲੇ ਭਾਲੇ ਚਿਹਰੇ, ਰੰਗੀਨ ਸਾੜੀਆਂ, ਕਸੇ ਹੋਏ ਜਿਸਮ ਤੇ ਹਾਸੋਹੀਣੀਆਂ ਗੱਲਾਂ ਕਿੰਨੇ ਚੰਗੇ ਲੱਗਦੇ ਹਨ। ਆਦਮੀ ਇੱਕਦਮ ਸੱਟਾ ਬਾਜ਼ਾਰ, ਬਲੈਕ ਮਾਰਕੀਟ, ਧੋਖੇਬਾਜ਼ੀ ਤੇ 420 ਵਾਲੀ ਦੁਨੀਆ 'ਚੋਂ ਨਿਕਲ ਕੇ ਇੱਕਦਮ ਮਾਸੂਮ, ਨਰਮ, ਮੁਲਾਇਮ ਤੇ ਮਿਠਾਸ ਭਰੀ ਦੁਨੀਆ 'ਚ ਪੁੱਜ ਜਾਂਦਾ ਹੈ। ਬਿਜ਼ਨਸ ਵਿੱਚ ਦਿਨ ਰਾਤ ਦੀ ਮਿਹਨਤ ਤੇ ਥਕਾਨ ਤੋਂ ਬਾਅਦ ਔਰਤ ਇੰਨੀ ਜ਼ਰੂਰੀ ਹੈ ਜਿਵੇਂ ਸਿਰ ਦੇ ਦਰਦ ਲਈ ਐਸਪਰੋ ਜਾਂ ਐਨਾਸਿਨ ਜਾਂ ਕੋਈ ਵੀ ਅਜਿਹੀ ਸਫੈਦ ਰੰਗ ਦੀ ਖੂਬਸੂਰਤ ਟਿੱਕੀ ਸਾਫ਼ ਮੁਲਾਇਮ ਕਾਗਜ਼ 'ਚ ਲਿਪਟੀ ਹੋਈ। ਔਰਤ ਤੇ ਸਿਰ ਦਰਦ ਦੀ ਟਿੱਕੀ ਦੀ ਪੈਕਿੰਗ 'ਚ ਬਹੁਤ ਫਰਕ ਨਹੀਂ ਹੁੰਦਾ। ਘੱਟੋ ਘੱਟ ਮੀਰ ਚੰਦਾਨੀ ਅਜਿਹੀ ਸਮਝਦਾ ਸੀ ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਦਿਲ ਆਰਾ ਉਸ ਨਾਲ ਪੂਰਾ ਇਤਫਾਕ ਰੱਖਦੀ ਸੀ। ਜਿਵੇਂ ਉਹਦੀ ਜ਼ਿੰਦਗੀ ਗੁਜ਼ਰੀ ਸੀ, ਜਿਵੇਂ ਉਹ ਵੇਚੀ ਤੇ ਖਰੀਦੀ ਗਈ ਸੀ। ਸਮਾਜ ਦੇ ਬਾਜ਼ਾਰ 'ਚ ਬਾਰ-ਬਾਰ ਉਹਦਾ ਸੌਦਾ ਕੀਤਾ ਗਿਆ ਸੀ। ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਦਿਲਾਰਾ ਦਾ ਦਿਲ ਮੀਰ ਚੰਦਾਨੀ ਦੀ 100% ਤਾਈਦ ਕਰਨ ਤੇ ਮਜਬੂਰ ਸੀ। ਉਹਨੇ ਸਿਗਰਟ ਸੁਲਗਾ ਕੇ ਆਪਣਾ ਗੁੱਟ ਮੀਰ ਚੰਦਾਨੀ ਦੇ ਮੋਢੇ ਤੇ ਰੱਖ ਦਿੱਤਾ ਤੇ ਬੇਹੱਦ ਮਾਸੂਮ ਮੁਸਕਰਾਹਟ ਨਾਲ ਹਾਜੀ ਵੱਲ ਵੇਖ ਕੇ ਬੇਪਰਵਾਹੀ ਨਾਲ ਬੋਲੀ, ਹਾਜੀ ਚਾਚਾ, ਕੀ ਪ੍ਰੋਗਰਾਮ ਹੈ? ਕਿਉਂ ਵੇ ਕਾਲਿਆ, ਤੂੰ ਮੈਨੂੰ ਕਿਉਂ ਬੁਲਾਇਆ? ਹਾਜੀ ਵੱਲੋਂ ਮੁੜ ਕੇ ਉਹਨੇ ਕਾਲੀ ਚਰਨ ਨੂੰ ਆਪਣੀਆਂ ਅੱਖਾਂ ਨਾਲ ਇਸ਼ਾਰਾ ਕੀਤਾ। ਮਰਦਾਂ ਦੀ ਦੁਨੀਆ 'ਚ ਔਰਤ ਹਰ ਵੇਲੇ ਤੀਰ ਕਮਾਨ ਨਾਲ ਲੈਸ ਰਹਿੰਦੀ ਹੈ। ਵਿਚਾਰੀ ਕੀ ਕਰੇ? ਉਹਦੇ ਦਿਲ ਤੇ ਜਿਗਰ ਵਿੱਚ ਨਜ਼ਰਾਂ ਦੇ ਨਸ਼ਤਰ ਨਾ ਖੋਭੇ ਤਾਂ ਉਸ ਨੂੰ ਦਿਨ ਰਾਤ ਇਉਂ ਅੱਖਾਂ ਤੇ ਕਿਵੇਂ ਬਿਠਾਏਗਾ? ਕਾਲੀ ਚਰਨ ਦਾ ਦਿਲ ਦਿਲਾਰਾ ਨੂੰ ਵੇਖ ਕੇ ਧੜਕਣ ਲੱਗਦਾ ਸੀ। ਦਿਲਾਰਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕਿਉਂ ਧੜਕਦਾ ਹੈ ਤੇ ਕੀ ਚਾਹੁੰਦਾ ਸੀ। ਜਿਸ ਦਿਨ ਉਹਦੀ ਚਾਹਤ ਪੂਰੀ ਕਰ ਦਿੱਤੀ, ਉਹਦਾ ਦਿਲ ਨਾ ਧੜਕੇਗਾ ਨਾ ਚਾਹੇਗਾ। ਉਹ ਹੰਕਾਰ ਨਾਲ ਗਰਦਨ ਉੱਚੀ ਕਰ ਲਏਗਾ, ਮਾਣ ਨਾਲ ਦੁਨੀਆ ਨੂੰ ਵੇਖੇਗਾ ਤੇ ਬੇਰੁਖੀ ਨਾਲ ਦਿਲਾਰਾ ਨੂੰ। ਇਸ ਲਈ ਇਹੋ ਚੰਗਾ ਹੈ ਕਿ ਇਸ ਦੁਸ਼ਟ ਨੂੰ ਕਾਲੀਆ ਕਿਹਾ ਜਾਵੇ ਤੇ ਕਦੇ-ਕਦੇ ਜਦੋਂ ਬਹੁਤਾ ਛਟਪਟਾਵੇ ਤਾਂ 150 ਰੁਪਏ ਦੀ ਰਿਸ਼ਵਤ ਦੇ ਦਿੱਤੀ ਜਾਏ।
ਕਿਉਂਕਿ ਕਾਲੀ ਚਰਨ ਤਾਂ ਲਾਲਚ ਨਾਲ ਭਰਿਆ ਹੋਇਆ ਸੀ। ਜੇ ਤੁਸੀਂ ਉਹਦੀ ਹਵਸ ਪੂਰੀ ਨਹੀਂ ਕਰ ਸਕਦੇ ਤਾਂ ਉਹਦੀ ਨਫ਼ਰਤ ਦੀ ਅੱਗ ਹੀ ਬੁਝਾ ਦਿਓ, ਜਿਸ ਲਈ ਹੋਰ ਵੀ ਬਹੁਤ ਸਾਰੇ ਬਦਲ ਸਨ ਤੇ ਅਖੀਰ ਨੂੰ ਸਭ ਰੁਪਈਆਂ ਵਿੱਚ ਤਬਦੀਲ ਹੋ ਜਾਂਦੇ ਸੀ। ਔਰਤ ਦੀ ਮੁਹੱਬਤ, ਮਾਂ ਦੀ ਮਮਤਾ, ਬਾਪ ਦੀ ਬਿਮਾਰੀ, ਕੈਦੀ ਦੀ ਪੈਰੋਲ, ਆਸ਼ਿਕ ਦੀ ਉਦਾਸੀ, ਉਹ ਸਭ ਨੂੰ ਕੁਝ ਪਲਾਂ ਤਾਰੀਫੀ ਨਜ਼ਰਾਂ ਨਾਲ ਵੇਖਦਾ, ਜਾਂ ਇਉਂ ਕਹਿ ਲਓ ਕਿ ਹਰ ਜਜ਼ਬੇ ਨੂੰ ਆਪਣੇ ਹੱਥਾਂ 'ਚ ਲੈ ਕੇ ਉਹਦਾ ਵਜ਼ਨ ਤੋਲਦਾ ਤੇ ਅੰਤ ਨੂੰ ਉਹ ਤੇ ਰੁਪਈਆਂ ਦਾ ਲੇਬਲ ਲਾ ਦਿੰਦਾ। ਇਸ ਜਜ਼ਬੇ ਦੇ ਇੰਨੇ ਪੈਸੇ, ਇਹਦੀ ਇੰਨੀ ਕੀਮਤ ਕਿਉਂ? ਕਾਲੀ ਚਰਨ ਤੁਹਾਡਾ ਹੈ, ਹਾਜੀ ਅਬਦੁਲ ਸਲਾਮ ਬੋਲਿਆ। ਅੱਜ ਬਹੁਤ ਦਿਨਾਂ ਬਾਅਦ ਦਿਲਦਾਰ ਰੋਡ ਤੇ ਜਾਣ ਨੂੰ ਜੀ ਕਰਦਾ ਹੈ। ਗਾਉਣ ਸੁਣਾਂਗੇ। ਦਿਲ ਆਰਾ ਤਾਂ ਅਜਿਹੇ ਕੰਮਾਂ ਲਈ ਤਿਆਰ ਰਹਿੰਦੀ ਸੀ। ਇੱਕਦਮ ਬੋਲੀ, ਹਾਂ ਮਜ਼ਾ ਆ ਜਾਏਗਾ। ਲਖਨਊ 'ਚ 2 ਸਾਲ ਮੈਂ ਵੀ ਕੋਠੇ ਤੇ ਬੈਠੀ ਹਾਂ। ਵਾਹ ਵਾਹ, ਕੀ ਦਿਨ ਸੀ। ਫੇਰ ਤੋਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਇੱਕ ਠੁਮਰੀ ਮੈਂ ਵੀ ਗਾਵਾਂਗੀ। ਤਾਂ ਤੂੰ ਮੇਰੇ ਨਾਲ ਚੱਲ ਰਹੀ ਹੈ ਨਾ? ਹਾਜੀ ਅਬਦੁਲ ਸਲਾਮ ਨੇ ਕਿਹਾ। ਦਿਲ ਆਰਾ ਨੇ ਮੁੜ ਕੇ ਮੀਰ ਚੰਦਾਨੀ ਵੱਲ ਵੇਖਿਆ ਤੇ ਪੁੱਛਿਆ, ਤੁਸੀਂ ਨਹੀਂ ਜਾ ਰਹੇ? ਮੀਰ ਚੰਦਾਨੀ ਬੋਲਿਆ, ਮੈਂ ਸੋਚ ਰਿਹਾ ਸੀ ਕਿ ਅੱਜ ਮੈਂ ਰਾਤ ਨੂੰ ਆਪਣੀ ਭਾਬੀ ਦੀ, ਭੈਣ ਦੀ, ਦਰਾਣੀ ਦੀ, ਜਠਾਣੀ ਦੀ ਮਾਸੀ ਵੱਲ ਹੋ ਆਉਂਦਾ। ਤੇਰੀ ਡਾਰਲਿੰਗ ਰੋਡ ਵਾਲੀ ਐਂਗਲੋ ਇੰਡੀਅਨ ਕੰਬਖਤ। ਨਹੀਂ, ਤੁਸੀਂ ਨਹੀਂ ਜਾ ਸਕਦੇ, ਤੇ ਜੇਕਰ ਤੁਸੀਂ ਗਏ ਤਾਂ ਮੈਂ ਸੁਪਰਡੈਂਟ ਜੇਲ੍ਹ ਨੂੰ ਰਿਪੋਰਟ ਕਰਾਂਗੀ। ਮੈਨੂੰ ਹਫ਼ਤਾ ਹੋਇਆ ਜੇਲ੍ਹ ਤੋਂ ਬਾਹਰ ਨਿਕਲਿਆ। ਤੁਸੀਂ ਕੀ ਚਾਹੁੰਦੇ ਹੋ, ਮੈਂ ਇੱਥੇ ਘੁੱਟ-ਘੁੱਟ ਕੇ ਮਰ ਜਾਵਾਂ? ਮੀਰ ਚੰਦਾਨੀ ਨੇ ਸਿਰ ਝੁਕਾ ਦਿੱਤਾ। ਬਹੁਤ ਅੱਛਾ ਮੈਡਮ, ਅੱਜ ਗਾਣਾ ਸੁਣਨ ਚੱਲਾਂਗੇ। ਜਿੱਥੇ ਕਹੇਂਗੀ ਉੱਥੇ ਚੱਲਾਂਗੇ। ਹਾਜੀ ਦਾ ਮੂੰਹ ਉਤਰ ਗਿਆ। ਉਹਨੇ ਮੀਰ ਚੰਦਾਨੀ ਨਾਲ ਮਿਲ ਕੇ ਪ੍ਰੋਗਰਾਮ ਬਣਾਇਆ ਸੀ ਕਿ ਮੀਰ ਚੰਦਾਨੀ ਤਾਂ ਡਾਰਲਿੰਗ ਰੋਡ ਤੇ ਆਪਣੀ ਐਂਗਲੋ ਇੰਡੀਅਨ ਦੋਸਤ ਦੇ ਕੋਲ ਜਾਏਗਾ ਤੇ ਹਾਜੀ ਦਿਲ ਆਰਾ ਨੂੰ ਦਿਲਦਾਰ ਰੋਡ ਤੇ ਗਾਣ ਸੁਣਨ ਲਈ ਲੈ ਜਾਏਗਾ। ਪਰ ਇਸ ਕੰਬਖਤ ਦਿਲ ਆਰਾ ਨੇ ਸਾਰਾ ਪ੍ਰੋਗਰਾਮ ਚੌਪਟ ਕਰ ਦਿੱਤਾ। ਹੁਣ ਇਹ ਕੰਬਖਤ ਜਿੱਥੇ ਜਾਏਗੀ ਮੀਰ ਚੰਦਾਨੀ ਦੇ ਕੋਲ ਹੀ ਬੈਠੇਗੀ। ਉਹਨੂੰ ਕੀ ਮਜ਼ਾ ਆਏਗਾ? ਬੜੀ ਮੁਸ਼ਕਿਲ ਨਾਲ ਉਹਨੇ ਕਾਲੀ ਚਰਨ ਨੂੰ 500 ਰੁਪਏ ਦੇ ਕੇ ਅੱਜ ਰਾਤ ਦਾ ਪ੍ਰੋਗਰਾਮ ਬਣਾਇਆ ਸੀ। ਪਰ ਤਾਂ ਫਿਰ ਮੇਰਾ ਕੀ ਹੋਏਗਾ? ਵਿਚਾਰੇ ਹਾਜੀ ਨੇ ਅਖੀਰ ਕਹਿ ਹੀ ਦਿੱਤਾ। ਘਬਰਾ ਨਾ ਚਾਚਾ ਜੀ, ਤੇਰੇ ਲਈ ਕੋਈ ਹੋਰ ਬੰਦੋਬਸਤ ਕਰ ਦਿੰਦੇ ਆ। ਕੌਣ? ਲਾਚੀ, ਦਿਲ ਆਰਾ ਬੋਲੇ। ਲਾਚੀ? ਹਾਜੀ ਨੇ ਪੁੱਛਿਆ। ਔਰਤ ਹੈ ਉਹ? ਔਰਤ ਨਹੀਂ ਹੈ, ਡਾਇਨਾਸਾਈਟ ਹੈ, ਮੀਰ ਚੰਦਾਨੀ ਨੇ ਹੌਲੀ ਜਿਹੀ ਕਿਹਾ। ਫਿਰ ਉਹਨੇ ਸਿਗਰਟ ਸੁਲਗਾਉਣ ਲਈ ਇੱਕ ਮਾਚਿਸ ਦੀ ਤੀਲੀ ਜਲਾਈ ਤੇ ਦੇਰ ਤੱਕ ਉਹਨੂੰ ਵੇਖਦਾ ਰਿਹਾ। ਇੱਥੋਂ ਤੱਕ ਕਿ ਮਾਚਿਸ ਬੁਝ ਗਈ ਤੇ ਸਿਗਰਟ ਜਿਉਂ ਦੀ ਤਿਉਂ ਉਹਦੇ ਹੱਕ 'ਚ ਰਹਿ ਗਈ। ਕਾਲੀ ਚਰਨ ਨੇ ਖੰਘ ਕੇ ਕਿਹਾ, ਮੈਂ ਸਮਝਿਆ ਸੀ ਕਿ ਤੁਸੀਂ ਸਿਰਫ ਤਿੰਨੋਂ ਹੀ ਜਾਓਗੇ। ਹੁਣ ਇੱਕ ਹੋਰ ਵੱਧ ਗਿਆ ਤਾਂ ਮੈਨੂੰ ਇੱਕ ਹੋਰ ਵਾਰਡਨ ਤੁਹਾਡੇ ਨਾਲ ਕਰਨਾ ਪਏਗਾ। ਉਹ 100 ਰੁਪਏ ਹੋਰ ਹੋਣਗੇ। ਮੀਰ ਚੰਦਾਨੀ ਨੇ ਜੇਬ 'ਚੋਂ 200 ਰੁਪਏ ਦੇ ਨੋਟ ਕੱਢੇ ਤੇ ਕਾਲੀ ਚਰਨ ਨੂੰ ਦਿੰਦਿਆਂ ਕਿਹਾ, ਯਾਰ ਤੂੰ ਤਾਂ ਇੰਨੇ ਪੈਸੇ ਲੈਣਾ ਕਿ ਕੋਈ ਰੰਡੀ ਵੀ ਮੁਜਰਾ ਕਰਨ ਦੇ ਨਹੀਂ ਲੈਂਦੀ ਹੋਏਗੀ। ਕਾਲੀ ਚਰਨ ਨੇ ਘੰਟੀ ਵਜਾ ਕੇ ਚਪੜਾਸੀ ਨੂੰ ਕਿਹਾ, ਜੀਨਾ ਬਾਈ ਨੂੰ ਬੁਲਾਓ। ਤੈਅ ਇਹ ਹੋਇਆ ਕਿ ਦਿਲ ਆਰਾ ਤਾਂ ਜੇਲ੍ਹ ਤੋਂ ਸਰਕਾਰੀ ਤੌਰ ਤੇ ਜਾਏਗੀ ਕਿਸੇ ਫਰਜ਼ੀ ਪ੍ਰੋਡਿਊਸਰ ਦੀ ਸ਼ੂਟਿੰਗ ਤੇ। ਉਹ ਤਾਂ 9 ਵਜੇ ਚਲੀ ਜਾਏਗੀ। 10 ਵਜੇ ਤੋਂ ਬਾਅਦ ਜਦ ਪਹਿਰਾ ਬਦਲੇਗਾ ਤੇ ਕਾਲੀ ਗੱਡੀ ਜੇਲ੍ਹ ਦੇ ਬਾਹਰ ਮੀਰ ਚੰਦਾਨੀ, ਹਾਜੀ ਅਬਦੁਲ ਸਲਾਮ ਤੇ ਲਾਚੀ ਦਾ ਇੰਤਜ਼ਾਰ ਕਰੇਗੀ। 3 ਵਾਰਡਨ ਉਹਨਾਂ ਤਿੰਨਾਂ ਦੇ ਨਾਲ ਹੋਣਗੇ ਤੇ 2 ਵਾਰਡਨ ਦਿਲ ਆਰਾ ਦੇ ਨਾਲ। ਸਵੇਰੇ 5 ਵਜੇ ਇਹ ਲੋਕ ਪਹਿਰਾ ਬਦਲਣ ਤੋਂ ਪਹਿਲਾਂ ਆ ਜਾਣਗੇ ਤੇ ਕਿਸੇ ਨੂੰ ਕੋਈ ਖਬਰ ਨਹੀਂ ਹੋਏਗੀ। ਦਿਲ ਆਰਾ ਨੇ ਲਾਚੀ ਨੂੰ ਮਨਾ ਲਿਆ ਸੀ ਤੇ ਲਾਚੀ ਇਸ ਲਈ ਮੰਨ ਗਈ ਸੀ ਕਿ ਉਹਨੇ ਅੱਜ ਤੱਕ ਕਿਸੇ ਰੰਡੀ ਦਾ ਕੋਠਾ ਨਹੀਂ ਵੇਖਿਆ ਸੀ। ਦਿਲ ਆਰਾ ਲਾਚੀ ਨੂੰ ਸਮਝਾ ਬੁਝਾ ਕੇ ਰਾਤ ਨੂੰ 9 ਵਜੇ ਜੇਲ੍ਹ 'ਚੋਂ ਚਲੀ ਗਈ। ਬਾਹਰ ਹਰੇ ਰੰਗ ਦੀ ਇੱਕ ਗੱਡੀ ਉਹਦਾ ਇੰਤਜ਼ਾਰ ਕਰ ਰਹੀ ਸੀ। ਦਿਲ ਆਰਾ ਨੇ ਗੱਡੀ ਅੱਗੇ ਕਰਵਾ ਕੇ ਜੇਲ੍ਹ ਦੇ ਪੱਛਮੀ ਖੁੰਝੇ ਤੇ ਰੁਕਵਾ ਲਈ ਤੇ ਬਾਕੀ ਲੋਕਾਂ ਦਾ ਇੰਤਜ਼ਾਰ ਕਰਨ ਲੱਗੀ। 10 ਵਜੇ ਦੇ ਕਰੀਬ ਹਾਜੀ ਦੀ ਸਿਆਹ ਕਾਲੀ ਕੇਡੀ ਲੱਕ ਵਿੱਚ ਹਾਜੀ, ਮੀਰ ਚੰਦਾਨੀ, ਲਾਚੀ ਤੇ 3 ਵਾਰਡਨ ਆ ਪੁੱਜੇ। ਦਿਲ ਆਰਾ ਨੇ ਹਰੀ ਗੱਡੀ ਛੱਡ ਦਿੱਤੀ। ਗੱਡੀ 'ਚ ਜਗ੍ਹਾ ਨਹੀਂ ਸੀ। 6 ਆਦਮੀ ਉਸ 'ਚ ਪਹਿਲਾਂ ਹੀ ਲੱਦੇ ਹੋਏ ਸਨ। ਇਸ ਲਈ ਉਹ ਆਰਾਮ ਨਾਲ ਕੇਡੀ ਲੱਕ ਵਿੱਚ ਮੀਰ ਚੰਦਾਨੀ ਦੀ ਗੋਦੀ 'ਚ ਬੈਠ ਗਈ। ਉਹਦੇ ਨਾਲ 2 ਵਾਰਡਨ ਵੀ ਸਨ। ਇਸ ਲਈ ਇੱਕ ਵਾਰਡਨ ਨੂੰ ਅੱਗੇ ਬਿਠਾ ਦਿੱਤਾ ਗਿਆ। ਦੂਜੇ ਵਾਰਡਨ ਨੂੰ ਜਗ੍ਹਾ ਦੇਣ ਲਈ ਦਿਲ ਆਰਾ ਨੇ ਲਾਚੀ ਨੂੰ ਕਿਹਾ ਕਿ ਉਹ ਹਾਜੀ ਦੀ ਗੋਦ 'ਚ ਬੈਠ ਜਾਏ। ਨਹੀਂ, ਮੈਂ ਨਹੀਂ ਬੈਠਾਂਗੀ ਕਿਸੇ ਦੀ ਗੋਦੀ 'ਚ, ਲਾਚੀ ਗੁੱਸੇ ਨਾਲ ਬੋਲੀ। ਕੁਝ ਮਿੰਟਾਂ ਦੀ ਤਾਂ ਗੱਲ ਹੈ, ਦਿਲ ਆਰਾ ਨੇ ਉਹਨੂੰ ਦਿਲਾਸਾ ਦਿੰਦਿਆਂ ਕਿਹਾ। ਗੱਡੀ 'ਚ ਜਗ੍ਹਾ ਘੱਟ ਹੈ, ਇਸ ਲਈ ਕਹਿ ਰਹੀ ਹਾਂ, ਤੇ ਐਟੀਕੇਟ ਵੀ ਇਹੋ ਕਹਿੰਦਾ, ਚੁੱਲ੍ਹੇ 'ਚ ਪਵੇ ਤੁਹਾਡਾ ਐਟੀਕੇਟ। ਲਾਚੀ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ, ਇਹਦੀ ਗੋਦੀ 'ਚ ਤੁਹਾਡਾ ਵਾਰਡਨ ਹੀ ਬੈਠੂਗਾ। ਜਦ ਲਾਚੀ ਕਿਸੇ ਤਰ੍ਹਾਂ ਨਾ ਮੰਨੀ ਤਾਂ ਵਾਰਡਨ ਵਿਚਾਰਾ ਬੜੀ ਤੰਗੀ ਨਾਲ ਗੱਡੀ 'ਚ ਬੈਠ ਗਿਆ ਤੇ ਗੱਡੀ ਦਿਲਦਾਰ ਰੋਡ ਨੂੰ ਰਵਾਨਾ ਹੋ ਗਈ। ਅਧਿਆਇ 13ਵਾਂ। ਦਿਲਦਾਰ ਰੋਡ ਅਜਬ ਤਰ੍ਹਾਂ ਦਾ ਬਾਜ਼ਾਰ ਸੀ। ਇੱਕ ਪਾਸੇ ਔਰਤਾਂ ਦੇ ਕੋਠੇ ਸਨ, ਦੂਜੇ ਪਾਸੇ ਲੱਕੜਾਂ ਦੇ ਟਾਲ ਸਨ ਤੇ ਪੁਰਾਣੇ ਜੰਗ ਖਾਦੇ ਲੋਹੇ ਦੇ ਟੁਕੜਿਆਂ ਦੀਆਂ ਦੁਕਾਨਾਂ।
ਇੱਥੇ ਹਰ ਤਰ੍ਹਾਂ ਦੀਆਂ ਔਰਤਾਂ ਤੇ ਹਰ ਤਰ੍ਹਾਂ ਦੀਆਂ ਲੱਕੜਾਂ ਵੇਚੀਆਂ ਜਾਂਦੀਆਂ ਸਨ। ਲੰਮੀ, ਛੋਟੀ, ਸਸਤੀ, ਮਹਿੰਗੀ ਹਰ ਕਿਸਮ ਦੀ ਲੱਕੜ ਇੱਥੇ ਮਿਲਦੀ ਸੀ। ਬਾਂਸ ਦੀ, ਕਿੱਕਰ ਦੀ, ਸਾਗਵਾਨ ਦੀ ਤੇ ਟਾਹਲੀ ਦੀਆਂ ਲੱਕੜਾਂ ਜਿਨ੍ਹਾਂ ਨੂੰ ਸਿਉਂਕ ਚੱਟ ਗਈ ਸੀ। ਔਰਤਾਂ ਜਿਨ੍ਹਾਂ ਨੂੰ ਜਿਨਸੀ ਬਿਮਾਰੀਆਂ ਨੇ ਖਾ ਲਿਆ ਸੀ, ਖੁੱਲ੍ਹੇ ਦਰਵਾਜ਼ਿਆਂ ਦੀ ਦਹਿਲੀਜ਼ ਤੇ ਬੈਠੀਆਂ ਗਾਹਕਾਂ ਦਾ ਇੰਤਜ਼ਾਰ ਕਰ ਰਹੀਆਂ ਸਨ। ਨਾਲੀਆਂ ਪਿਸ਼ਾਬ ਦੀ ਬਦਬੂ ਤੇ ਸ਼ਰਾਬੀਆਂ ਦੀਆਂ ਉਲਟੀਆਂ ਨਾਲ ਭਰੀਆਂ ਪਈਆਂ ਸਨ ਤੇ ਉਹਨਾਂ ਤੇ ਚਮੇਲੀ ਦੇ ਮਿੱਧੇ ਹੋਏ ਫੁੱਲ ਤੈਰ ਰਹੇ ਸਨ। ਫਿਜ਼ਾ ਵਿੱਚ ਤਬਲੇ ਦੀ ਤਾਲ ਤੇ ਸਾਰੰਗੀ ਦੀ ਲੈ ਤੇ ਬੁਝੀਆਂ ਹੋਈਆਂ ਠੁਮਰੀਆਂ ਤੇ ਸਸਤੇ ਫਿਲਮੀ ਗਾਣੇ ਮੱਖੀਆਂ ਵਾਂਗ ਭਿਣਕ ਰਹੇ ਸਨ ਤੇ ਇਹਨਾਂ ਸਭ ਤੋਂ ਉੱਤੇ ਗੂੰਗਾ ਹਨੇਰਾ ਛਾਇਆ ਹੋਇਆ ਸੀ। ਇਹ ਔਰਤਾਂ ਇਨਸਾਨ ਹਨ ਜਾਂ ਲੱਕੜ ਦੀਆਂ ਖੜਪਾਲਾਂ? ਇਹ ਦਲਾਲ ਆਦਮੀ ਹਨ ਜਾਂ ਲੋਹੇ ਦੇ ਜ਼ੰਗ ਖਾਦੇ ਪੱਤਰੇ? ਇਹ ਜ਼ਿੰਦਗੀ ਦੇ ਜਿਉਂਦੇ ਜਾਗਦੇ ਗੀਤ ਹਨ ਜਾਂ ਨਰਕ ਤੇ ਮੌਤ ਦੇ ਸੋਗਮਈ ਗੀਤ? ਇਹ ਅਜਿਹੀ ਦੁਨੀਆ ਦਾ ਬਾਜ਼ਾਰ ਹੈ ਜਿਹਨੂੰ ਜ਼ਿੰਦਾ ਇਨਸਾਨਾਂ ਦੀ ਬਸਤੀ ਕਿਹਾ ਜਾਏ ਜਾਂ ਗੁੰਮਸ਼ੁਦਾ ਰੂਹਾਂ ਦੀ ਵਾਦੀ। ਕੁਝ ਪਲ ਲਈ ਤਾਂ ਇਨਸਾਨ ਇਹ ਵੀ ਭੁੱਲ ਜਾਂਦਾ ਹੈ ਕਿ ਅਜਿਹੀ ਦੁਨੀਆ ਹੈ ਜਿੱਥੇ ਮਾਸੂਮ ਬੱਚੇ ਮਾਵਾਂ ਦੀ ਗੋਦੀ 'ਚ ਹੁਬਕਦੇ ਹਨ, ਜਿੱਥੇ ਮੱਥੇ ਤੇ ਘੁੰਡ ਕੱਢੀ ਸੰਧੂਰ ਦਾ ਟਿੱਕਾ ਲਾਈ ਸੁੱਚੀਆਂ ਔਰਤਾਂ ਥਾਲ 'ਚ ਖਾਣਾ ਪਰੋਸ ਕੇ ਆਪਣੇ ਥੱਕੇ ਹੋਏ ਮਰਦਾਂ ਸਾਹਮਣੇ ਰੱਖਦੀਆਂ ਹਨ ਤੇ ਉਹਨਾਂ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ। ਇੱਕਦਮ ਲਾਚੀ ਨੂੰ ਅਹਿਸਾਸ ਹੋਇਆ ਜਿਵੇਂ ਹਰ ਕੋਠੇ ਤੇ ਉਹੀ ਗਾ ਰਹੀ ਸੀ, ਉਹੀ ਨੱਚ ਰਹੀ ਸੀ, ਉਹੀ ਵੇਚੀ ਜਾ ਰਹੀ ਸੀ ਤੇ ਇਹ ਸਿਰਫ ਖਾਲਸ ਮਰਦਾਂ ਦੀ ਤਹਿਜ਼ੀਬ ਸੀ। ਮਰਦਾਂ ਨੇ ਔਰਤਾਂ ਨੂੰ ਚਾਰ ਦੀਵਾਰੀ 'ਚ ਧੱਕ ਦਿੱਤਾ ਸੀ ਤੇ ਖੁਦ ਆਪਣੇ ਹੱਥਾਂ ਤੋਂ ਇਹ ਉੱਚੇ ਕਿਲਿਆਂ, ਹਵਾਈ ਜਹਾਜ਼ਾਂ ਤੇ ਰਾਕਟਾਂ ਦੀ ਤਹਿਜ਼ੀਬ ਬਣਾਈ ਸੀ। ਇਹ ਚੰਨ ਦੇ ਦਿਲ ਤੱਕ ਪੁੱਜਣ ਵਾਲੇ ਕੀ ਕਦੇ ਔਰਤ ਦੇ ਦਿਲ ਤੱਕ ਵੀ ਪੁੱਜ ਸਕਣਗੇ? ਫਿਰ ਲਾਚੀ ਨੇ ਗੁੱਸੇ ਨਾਲ ਥੁੱਕ ਦਿੱਤਾ ਤੇ ਬੋਲੀ, ਮੈਨੂੰ ਵਾਪਸ ਜੇਲ੍ਹ ਲੈ ਚਲੋ। ਅਜੇ ਤਾਂ ਰਾਤ ਜੋਬਨ ਤੇ ਹੈ ਪਿਆਰੀ, ਹਾਜੀ ਨੇ ਲਾਚੀ ਦਾ ਹੱਥ ਫੜ ਕੇ ਕਿਹਾ। ਉਹਦੇ ਅੰਦਰ ਵਿਸਕੀ ਦੇ 4 ਪੈਗ ਜਾ ਚੁੱਕੇ ਸਨ ਤੇ ਉਹ ਬਿਲਕੁਲ ਉਸੇ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਇੱਕ ਮਰਦ 4 ਪੈਗ ਪੀਣ ਤੋਂ ਬਾਅਦ ਕਰਦਾ ਹੈ। ਲਾਚੀ ਨੇ ਆਪਣੀ ਬਾਂਹ ਉਹ ਤੋਂ ਛਡਾਉਣੀ ਚਾਹੀ, ਨਰਮੀ ਨਾਲ, ਸੰਭਲ ਕੇ, ਸ਼ਰਾਫਤ ਨਾਲ ਤੇ ਤਹਿਜ਼ੀਬ ਨਾਲ, ਪਰ ਹਾਜੀ ਨੇ ਉਹਨੂੰ ਜ਼ਬਰਦਸਤੀ ਖਿੱਚ ਕੇ ਆਪਣੇ ਕੋਲ ਬਿਠਾ ਲਿਆ ਤੇ ਕਿਹਾ, ਲਓ ਪੀਓ। ਲਾਚੀ ਨੇ ਉਹਦੇ ਹੱਥੋਂ ਗਲਾਸ ਲੈ ਲਿਆ ਤੇ ਫਿਰ ਉਹਨੂੰ ਉਹਦੇ ਸਿਰ ਤੇ ਡੋਲ ਦਿੱਤਾ ਤੇ ਕਿਹਾ, ਸੂਰ ਦਿਆ ਬੱਚਿਆ, ਹਰਾਮੀਆਂ। ਮੀਰ ਚੰਦਾਨੀ ਨੇ ਗੁੱਸੇ 'ਚ ਆ ਕੇ ਲਾਚੀ ਦੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ। ਲਾਚੀ ਇੱਕਦਮ ਗੁੱਸੇ 'ਚ ਉੱਠੀ ਤੇ ਮੀਰ ਚੰਦਾਨੀ ਨੂੰ ਗਰਦਨ ਤੋਂ ਫੜ ਲਿਆ, ਥੱਲੇ ਸੁੱਟਤਾ ਤੇ ਜਦ ਹਾਜੀ ਉਹਦੀ ਮਦਦ ਲਈ ਉੱਠਿਆ ਤਾਂ ਉਹਨੇ ਪੈਂਤਰਾ ਬਦਲ ਕੇ ਉਹਨੂੰ ਵੀ ਚਿੱਤ ਕਰ ਦਿੱਤਾ। ਫਿਰ ਉਹ ਦੋਵਾਂ ਦੀ ਛਾਤੀ ਤੇ ਚੜ ਕੇ ਦੋਵਾਂ ਦੇ ਸਿਰਾਂ ਨੂੰ ਤਬਲੇ ਵਾਂਗ ਵਜਾਉਣ ਲੱਗੀ ਤੇ ਜ਼ੋਰ-ਜ਼ੋਰ ਨਾਲ ਚੀਕਣ ਲੱਗੀ, ਤਾਕ ਦਨਾ ਦਨ ਥਈਆ, ਤਾਕ ਦਨਾ ਦਨ, ਤਾਕ ਦਨਾ ਦਨ, ਤਾਕ ਤਾਕ। ਮੀਰ ਚੰਦਾਨੀ ਨੇ ਤੇ ਹਾਜੀ ਚੀਕਣ ਲੱਗੇ। ਥੋੜੀ ਦੇਰ 'ਚ ਭਗਦੜ ਮਚ ਗਈ। ਲਾਚੀ ਦੇ ਵਾਰਡਨ, ਗਾਹਕ, ਤਬਲਚੀ, ਸਾਰੰਗੀ ਵਾਲੇ, ਖੁਸ਼ਬੂਦਾਰ ਇਤਰ ਵਾਲੇ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੇ ਸਨ ਤੇ ਸਭ ਦੇ ਵਿਚਕਾਰ ਲਾਚੀ ਕਿਸੇ ਗੁੱਸੇ ਖੋਰ ਸ਼ੇਰਨੀ ਵਾਂਗ ਵਾਰ ਕਰ ਰਹੀ ਸੀ। ਉਹਨੂੰ ਮਾਰ, ਇਹਨੂੰ ਪਲਟ, ਉਹਨੂੰ ਸੁੱਟ, ਇਹਦੇ ਵਾਲ ਖਿੱਚ, ਉਹਦਾ ਮੂੰਹ ਨੋਚ, ਇੱਕ ਵਹਿਸ਼ੀਆਨਾ ਖੁਸ਼ੀ ਨਾਲ ਚੀਕ ਰਹੀ ਸੀ ਤੇ ਨੱਚ ਰਹੀ ਸੀ। ਤਾਕ ਦਿਨ ਧਨ ਥਈਆ। ਪੁਲਿਸ ਦਗੜ ਕਰਦੀ ਵੱਖ-ਵੱਖ ਥਾਵਾਂ ਤੋਂ ਅੰਦਰ ਆ ਗਈ। ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ, ਸੰਤਰੀ। ਕੁਝ ਪਲਾਂ 'ਚ ਹੀ ਸ਼ਾਂਤੀ ਛਾ ਗਈ। ਪੁਲਿਸ ਨੇ ਸਭ ਨੂੰ ਗ੍ਰਿਫਤਾਰ ਕਰ ਲਿਆ। ਵਾਰਡਨਾਂ ਨੇ ਸੰਤਰੀਆਂ ਦੇ ਕੰਨਾਂ 'ਚ ਬਹੁਤ ਖੁਸਰ-ਮੁਸਰ ਕੀਤੀ ਪਰ ਉਹਨਾਂ ਦੀ ਕੋਈ ਸੁਣਵਾਈ ਨਾ ਹੋਈ। ਹੌਲਦਾਰ ਬੋਲਿਆ, ਜੋ ਕਹਿਣਾ ਚੌਂਕੀ 'ਚ ਚੱਲ ਕੇ ਕਹੋ। ਜਦ ਸਭ ਲੋਕ ਹਵਾਲਾ 'ਚ ਬੰਦ ਕਰ ਦਿੱਤੇ ਗਏ ਤਾਂ ਇੱਕ ਵਾਰਡਨ ਨੇ ਕਹਿ ਸੁਣ ਕੇ ਅਸਿਸਟੈਂਟ ਜੇਕਰ ਕਾਲੀਚਰਨ ਨੂੰ ਟੈਲੀਫੋਨ ਤੇ ਬੁਲਾਇਆ। ਕਾਲੀਚਰਨ ਪਸੀਨੇ 'ਚ ਗੱਚ ਭੱਜਿਆ ਆਇਆ, ਉਹਦਾ ਮੂੰਹ ਉੱਡਿਆ ਹੋਇਆ ਸੀ ਤੇ ਉਹ ਥਰ-ਥਰ ਕੰਬ ਰਿਹਾ ਸੀ। ਜੇ ਮਾਮਲਾ ਪੁਲਿਸ ਨੇ ਨਾ ਦਬਾਇਆ ਤੇ ਬਰਖਾਸਤ ਤਾਂ ਕੀ ਹੋਏਗਾ? ਸ਼ਾਇਦ ਉਹਨੂੰ ਜੇਲ੍ਹ ਵੀ ਹੋ ਜਾਏਗੀ। ਇੰਸਪੈਕਟਰ ਤੇ ਡਿਪਟੀ ਜੇਲਰ ਮੂੰਹ ਜੋੜ ਕੇ ਬੈਠੇ ਰਹੇ ਤੇ ਕਾਲੀਚਰਨ ਨੇ ਹਾਜੀ ਤੇ ਮੀਰ ਚੰਦਾਨੀ ਨਾਲ ਮੁਲਾਕਾਤ ਕੀਤੀ। ਫਿਰ ਹੱਥ ਇੱਕ ਜੇਬ ਤੋਂ ਦੂਜੀ ਜੇਬ 'ਚ ਗਏ, ਦੂਸਰੀ ਜੇਬ ਤੋਂ ਤੀਜੀ ਜੇਬ 'ਚ, ਤਾਂ ਜਾ ਕੇ ਖਹਿੜਾ ਛੁੱਟਿਆ ਤੇ ਕਿਵੇਂ ਨਾ ਛੁੱਟਦਾ। ਮੀਰ ਚੰਦਾਨੀ ਤੇ ਹਾਜੀ ਨੂੰ ਪਤਾ ਸੀ ਕਿ ਇਸੇ ਦੁਨੀਆ 'ਚ ਜੇਬ ਦੀ ਤਾਕਤ ਤੋਂ ਵੱਡੀ ਤਾਕਤ ਹੋਰ ਕੋਈ ਨਹੀਂ। ਜਦ ਸਵੇਰੇ 5 ਵਜੇ ਤੋਂ ਪਹਿਲਾਂ ਰਿਸ਼ਵਤਖੋਰਾਂ ਦੀ ਇਹ ਟੋਲੀ ਫਿਰ ਤੋਂ ਜੇਲ੍ਹ ਦੇ ਅੰਦਰ ਪੁੱਜ ਗਈ ਤਾਂ ਜਾ ਕੇ ਕਾਲੀਚਰਨ ਨੂੰ ਚੈਨ ਪਿਆ। ਬਾਲ ਬਚੇ, ਨਹੀਂ ਤਾਂ ਅੱਜ ਨੌਕਰੀ ਖਤਮ ਸੀ। ਅਧਿਆਇ 14। ਜੇ ਕਾਲੀਚਰਨ ਦਾ ਵਸ ਚੱਲਦਾ ਤੇ ਇਸ ਘਟਨਾ ਤੋਂ ਬਾਅਦ ਲਾਚੀ ਨੂੰ ਜੇਲ੍ਹ ਦੇ ਅੰਦਰ ਇੱਕ ਕਰੜੀ ਤੋਂ ਕਰੜੀ ਸਜ਼ਾ ਦਿੰਦਾ, ਕਿਉਂਕਿ ਲਾਚੀ ਦੀ ਜ਼ਿੱਦ ਨਾਲ ਹੀ ਇਹ ਸਾਰਾ ਫਸਾਦ ਖੜਾ ਹੋਇਆ ਸੀ। ਜੇਕਰ ਐਨ ਮੌਕੇ ਤੇ ਪੁਲਿਸ ਇੰਸਪੈਕਟਰ ਆਪਣੇ ਅਫਸਰ ਭਰਾ ਦੀ ਮਦਦ ਕਰਨ ਲਈ ਤਿਆਰ ਨਾ ਹੁੰਦਾ, ਦੂਜੇ ਦਿਨ ਹੀ ਰੌਲਾ ਪਾਉਣ ਵਾਲੇ ਅਖਬਾਰ ਤੇ ਰਾਈ ਦਾ ਪਹਾੜ ਬਣਾਉਣ ਵਾਲੇ ਅਖਬਾਰ ਨਵੀਸੇ ਪੁੱਛਣ 'ਚ ਰੁੱਝੇ ਹੁੰਦੇ ਕਿ ਆਖਰ ਜੇਲ੍ਹ ਦੇ ਕੈਦੀ ਪੁਲਿਸ ਦੀ ਹਵਾਲਾ 'ਚ ਕਿਵੇਂ ਆਏ।
ਉਹਨੂੰ ਲਾਚੀ ਤੇ ਬਹੁਤ ਗੁੱਸਾ ਆ ਰਿਹਾ ਸੀ। ਕਮੀਨੀ, ਖਾਣਾ ਬਦੋਸ਼, 2 ਟਕੇ ਦੀ ਕੁੜੀ, ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ। ਉਹਦਾ ਜੀ ਚਾਹੁੰਦਾ ਸੀ ਕਿ ਲਾਚੀ ਨੂੰ ਕਰੜੀ ਸਜ਼ਾ ਦੇਵੇ ਤੇ ਖਿਆਲਾਂ ਹੀ ਖਿਆਲਾਂ ਉਹਨੇ ਅਜਿਹਾ ਕਰ ਹੀ ਲਿਆ ਤੇ ਇਸ ਸਮੇਂ ਉਹਨੂੰ ਮਜ਼ਾ ਵੀ ਆਇਆ। ਪਰ ਜਿੱਥੋਂ ਤੱਕ ਅਸਲੀਅਤ ਦੀ ਗੱਲ ਹੈ ਤਾਂ ਅਸਲੀਅਤ ਇਹ ਸੀ ਕਿ ਲਾਚੀ ਦੀ ਤਸਵੀਰ ਖੂਬ ਚੰਦ ਬਣਾ ਰਿਹਾ ਸੀ। ਇਸ ਲਈ ਲਾਚੀ ਦੀ ਪਹੁੰਚ ਸੁਪਰਡੈਂਟ ਜੇਲ੍ਹ ਤੱਕ ਸੀ ਤੇ ਇਹ ਗੱਲ ਬਿਲਕੁਲ ਸਾਫ਼ ਸੀ ਕਿ ਲੋੜ ਪੈਣ ਤੇ ਉਹ ਸਾਰਾ ਕਿੱਸਾ ਜੇਲ੍ਹ ਸੁਪਰਡੈਂਟ ਨੂੰ ਬਿਆਨ ਕਰ ਦੇਗੀ ਤੇ ਲੈਣੇ ਤੇ ਦੇਣੇ ਪੈ ਜਾਣਗੇ। ਇਹੀ ਸੋਚ ਕੇ ਕਾਲੀ ਚਰਨ ਚੁੱਪ ਰਿਹਾ ਤੇ ਉਹਨੇ ਲਾਚੀ ਨਾਲ ਕਿਸੇ ਤਰ੍ਹਾਂ ਦੀ ਪੁੱਛਗਿੱਛ ਨਹੀਂ ਕੀਤੀ। ਜੀਨਾ ਬਾਈ ਨੇ ਜ਼ਰੂਰ ਲਾਚੀ ਨੂੰ ਸਿਰਫ ਇੰਨਾ ਸਮਝਾ ਦਿੱਤਾ ਕਿ ਉਹ ਇਸ ਘਟਨਾ ਦਾ ਖੂਬ ਚੰਦ ਜਾਂ ਕਿਸੇ ਨਾਲ ਵੀ ਜ਼ਿਕਰ ਨਾ ਕਰੇ, ਨਹੀਂ ਤਾਂ ਮੈਨੂੰ ਸਖਤ ਸਜ਼ਾ ਦੇਣੀ ਪਏਗੀ। ਬਜ਼ੁਰਗ ਜੀਨਾ ਦੀ ਖਾਤਰ ਲਾਚੀ ਨੇ ਚੁੱਪ ਰਹਿਣਾ ਮਨਜ਼ੂਰ ਕਰ ਲਿਆ, ਪਰ ਇਸ ਘਟਨਾ ਤੋਂ ਬਾਅਦ ਦਿਲ ਆਰਾ ਤੇ ਲਾਚੀ ਦੀ ਆਪਸ 'ਚ ਟੁੱਟ ਗਈ ਤੇ ਉਹ ਦੋਨੋਂ ਇੱਕ ਦੂਜੇ ਨਾਲ ਬੋਲਣ ਲਈ ਤਿਆਰ ਨਹੀਂ ਸਨ। ਇਸ 'ਚ ਕਿਸੇ ਨਿੱਜੀ ਦੁਸ਼ਮਣੀ ਦਾ ਦਖਲ ਨਹੀਂ ਸੀ। ਇਹ ਦੋਨਾਂ ਔਰਤਾਂ ਦੇ ਵਿਚਕਾਰ ਕੋਈ ਝਗੜਾ ਨਹੀਂ ਸੀ। ਦੋਵਾਂ ਨੇ ਇੱਕ ਦੂਜੇ ਨਾਲ ਕੋਈ ਨਫ਼ਰਤ ਨਹੀਂ ਸੀ। ਇਹ ਲੜਾਈ ਖਿਆਲਾਂ ਦੀ ਲੜਾਈ ਸੀ। ਦਿਲ ਆਰਾ ਦਾ ਖਿਆਲ ਸੀ ਕਿ ਲਾਚੀ ਜ਼ਰੂਰਤ ਨਾਲੋਂ ਜ਼ਿਆਦਾ ਆਪਣੀ ਇੱਜ਼ਤ ਦੀ ਅਹਿਮੀਅਤ ਜਤਾਉਂਦੀ ਹੈ ਤੇ ਸਮਝਦੀ ਹੈ ਕਿ ਇਹਦਾ ਸਬੰਧ ਔਰਤ ਦੀ ਰੂਹ ਤੇ ਉਹਦੀ ਪੂਰੀ ਸ਼ਖਸੀਅਤ ਨਾਲ ਹੈ। ਇਹ ਗਲਤ ਹੈ। ਇਸ ਔਰਤ ਦੀ ਇੱਜ਼ਤ ਤਾਂ ਔਰਤ ਦੇ ਹੱਥ ਵਿੱਚ ਇੱਕ ਤਰ੍ਹਾਂ ਦਾ ਹਥਿਆਰ ਹੈ ਜੋ ਉਹਨੂੰ ਆਪਣੀ ਜ਼ਿੰਦਗੀ ਤੇ ਸੁੱਖਾਂ ਲਈ ਢੁਕਵੇਂ ਮੌਕਿਆਂ ਤੇ ਢੁਕਵੇਂ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਤੇ ਇਸ 'ਚ ਕਿਸੇ ਕਿਸਮ ਦੀਆਂ ਭਾਵਨਾਵਾਂ ਦਾ ਦਖਲ ਨਹੀਂ ਹੋਣਾ ਚਾਹੀਦਾ। ਪਰ ਲਾਚੀ ਦੇ ਦਿਲ ਵਿੱਚ ਪਤਾ ਨਹੀਂ ਕੀ ਖਿਆਲ ਸਨ। ਉਹ ਪੜ੍ਹੀ ਲਿਖੀ ਤਾਂ ਹੈ ਨਹੀਂ ਸੀ ਕਿ ਦਿਲ ਆਰਾ ਵਾਂਗ ਆਪਣੇ ਦਿਲ ਦੀ ਗੱਲ ਅੰਦਾਜ਼ੇ ਬਿਆਨ ਦੇ ਪਰਦਿਆਂ ਨੂੰ ਲੁਕਾ ਕੇ ਬਿਆਨ ਕਰ ਸਕਦੀ। ਬਸ ਉਹਦੀ ਇਹ ਜ਼ਿੱਦ ਸੀ, ਇੱਕ ਜਨੂਨ ਸੀ ਜੋ ਉਹਦੇ ਸਿਰ ਤੇ ਸਵਾਰ ਸੀ। ਉਹ ਤਾਂ ਸਿਰਫ ਇਹੋ ਕਹਿੰਦੀ ਸੀ, ਮੈਂ ਨਹੀਂ ਵਿਕਾਂਗੀ, ਕਿਸੇ ਕੀਮਤ ਤੇ ਨਹੀਂ ਵਿਕਾਂਗੀ। ਇਹ ਜੋ ਦਿਲ ਆਰਾ ਹੈ, ਜੋ ਦੇਖਣ ਵਿੱਚ ਇੰਨੀ ਖੂਬਸੂਰਤੀ ਵਾਲੀ ਦਿਖਾਈ ਦਿੰਦੀ ਹੈ, ਬੜੀ ਅਵਾਰਾ ਤੇ ਬਦਚਲਣ ਔਰਤ ਹੈ। ਮੈਂ ਇਹਨੂੰ ਕਦੇ ਮੂੰਹ ਨਹੀਂ ਲਾਵਾਂਗੀ। ਜੇ ਤੁਸੀਂ ਇਹਨੂੰ ਕਿਸੇ ਵਿਸ਼ਵਾਸ ਨਾਲ ਨਾਮ ਦੇ ਸਕਦੇ ਹੋ ਤਾਂ ਇਹੋ ਲਾਚੀ ਦਾ ਵਿਸ਼ਵਾਸ ਸੀ। ਪਰ ਇਸ ਦੁਨੀਆ 'ਚ ਵੀ ਇਹ ਵੀ ਹੁੰਦਾ ਹੈ, ਕਿਉਂਕਿ ਇਹ ਇੱਕ ਸੁਲਝੀ ਹੋਈ ਅਕਲਮੰਦ ਦੁਨੀਆ ਹੈ ਜਿਸ 'ਚ ਤੁਸੀਂ ਤੇ ਅਸੀਂ ਜਿਉਂਦੇ ਹਾਂ। ਇਸ ਦੁਨੀਆ 'ਚ ਜਦ ਕੋਈ ਲਾਚੀ ਵਰਗੀ ਗੁੰਮਰਾਹ ਰੂਹ ਆ ਜਾਂਦੀ ਹੈ ਤਾਂ ਸਾਡੇ 'ਚੋਂ ਹਰ ਇੱਕ ਦੀ ਖੁਆਇਸ਼ ਇਹ ਹੁੰਦੀ ਹੈ ਕਿ ਉਹਨੂੰ ਸਹੀ ਰਾਹ ਤੇ ਲਿਆਂਦਾ ਜਾਏ, ਆਪ ਦੇ ਭਲੇ ਲਈ ਨਹੀਂ, ਸਿਰਫ ਉਹਦੀ ਆਪਣੀ ਭਲਾਈ ਲਈ। ਇਸ ਕਿਸਮ ਦੀ ਗਲਤ, ਮੂਰਖਤਾਪੂਰਨ, ਗੈਰ ਬਰਾਬਰੀ ਵਾਲੇ ਅਕੀਦੇ ਨੂੰ ਆਪਣੇ ਦਿਲ 'ਚ ਜਗ੍ਹਾ ਦੇ ਕੇ ਕੋਈ ਔਰਤ ਇੱਕ ਦਿਨ ਵੀ ਇਸ ਦੁਨੀਆ 'ਚ ਜਿਉਂਦੀ ਨਹੀਂ ਰਹਿ ਸਕਦੀ। ਇਹੋ ਸੋਚ ਕੇ ਜੀਨਾ ਤੇ ਜੇਲ੍ਹ ਦੀਆਂ ਹੋਰ ਔਰਤਾਂ ਨੇ ਲਾਚੀ ਨੂੰ ਸਹੀ ਕਰਨ ਦਾ ਬੀੜਾ ਚੁੱਕਿਆ ਤੇ ਲਗਾਤਾਰ 1.5-2 ਸਾਲ ਤੱਕ ਉਹ ਆਪਣੀਆਂ ਕੋਸ਼ਿਸ਼ਾਂ 'ਚ ਲੱਗੀਆਂ ਰਹੀਆਂ। ਹਾਜੀ ਤੇ ਮੀਰ ਚੰਦਾਨੀ ਨੇ ਵੀ ਇਸ ਕੰਮ 'ਚ ਰੁਪਏ ਪੈਸੇ ਨਾਲ ਉਹਨਾਂ ਦੀ ਮਦਦ ਕੀਤੀ। ਫਿਰ ਇਹ ਗੱਲ ਵੀ ਸੀ ਕਿ ਹਾਜੀ ਤੇ ਮੀਰ ਚੰਦਾਨੀ ਨੇ ਉਸ ਰਾਤ ਦੀ ਖੌਫਨਾਕ ਘਟਨਾ ਤੋਂ ਬਾਅਦ ਇਹ ਤਹਈਆ ਕਰ ਲਿਆ ਸੀ ਕਿ ਜਿਵੇਂ ਵੀ ਹੋਵੇ ਲਾਚੀ ਦੇ ਘਮੰਡ ਨੂੰ ਤੋੜਿਆ ਜਾਏ ਤੇ ਉਹਦੀ ਸ਼ਖਸੀਅਤ ਤੇ ਉਹਦੀ ਨਿੱਜੀ ਹੁਸਨ, ਉਹ ਜਮਾਲ ਦੀ ਇੱਜ਼ਤ ਨੂੰ ਕੁਚਲ ਕੇ ਇਉਂ ਬਰਾਬਰ ਕਰ ਦੇਣਾ ਚਾਹੀਦਾ ਹੈ ਕਿ ਜਿਵੇਂ ਕੋਲ ਤਾਰ ਲੁਕੀ ਦੀ ਸੜਕ ਹੁੰਦੀ ਹੈ। ਇਸ ਕੰਮ ਲਈ ਹਾਜੀ ਤੇ ਮੀਰ ਚੰਦਾਨੀ ਨੇ ਜੀਨਾ ਬਾਈ ਨੂੰ ਠੇਕਾ ਦੇ ਦਿੱਤਾ, ਕਿਉਂਕਿ ਇਸ ਨਰਮ ਤੇ ਸੱਭਿਅਕ ਦੁਨੀਆ 'ਚ ਹਰ ਕੰਮ ਠੇਕੇ ਤੇ ਦਿੱਤਾ ਜਾਂਦਾ ਹੈ। ਦੋਵਾਂ ਬੈਂਕਰਾਂ ਨੇ ਇਸ ਕੰਮ ਲਈ 50,000 ਰੁਪਇਆ ਮਨਜ਼ੂਰ ਕੀਤਾ। ਇਹ ਲੋਕ ਜੋ ਦਿਲ ਆਰਾ ਲਈ 15-20 ਹਜ਼ਾਰ ਰੁਪਏ ਖਰਚਣੇ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸੀ, ਹੁਣ ਹੁੱਬ ਕੇ 50,000 ਦੇਣ ਲਈ ਤਿਆਰ ਹੋ ਗਏ। ਇਹਨਾਂ ਲੋਕਾਂ ਦਾ ਗੁੱਸਾ ਵੀ ਰੁਪਈਆਂ ਦੀ ਸ਼ਕਲ 'ਚ ਨਿਕਲਦਾ ਹੈ। ਇਹ ਲੋਕ ਜੇਕਰ ਧਰਮ ਤੇ ਈਮਾਨ ਤੇ ਆ ਜਾਣ ਤੇ ਮੰਦਰ ਤੇ ਮਸਜਿਦ ਬਣਾਉਣ ਲਈ ਹਜ਼ਾਰਾਂ ਖਰਚ ਕਰ ਦੇਣ, ਬਦਲਾ ਲੈਣ ਤੇ ਆ ਜਾਣ ਤਾਂ ਹਜ਼ਾਰਾਂ ਖਰਚ ਕੇ ਮੈਨੂੰ ਤੇ ਤੁਹਾਨੂੰ ਮਰਵਾ ਦੇਣ। ਪਿਆਰ ਕਰਨ ਤੇ ਆ ਜਾਣ ਤਾਂ ਆਪਣੀ ਮਹਿਬੂਬਾ ਨੂੰ ਅਸ਼ਰਫੀਆਂ 'ਚ ਤੋਲ ਦੇਣ, ਸੋਨੇ ਨਾਲ ਲੱਦ ਦੇਣ। ਇੱਕ ਗਰੀਬ ਆਦਮੀ ਇਹਨਾਂ ਦੇ ਮੁਕਾਬਲੇ 'ਚ ਮੁਹੱਬਤ ਕਰਨ ਦੀ ਜੁਰਤ ਕਿੱਥੋਂ ਕਰ ਸਕਦਾ ਹੈ? ਤੇ ਫਿਰ ਲਾਚੀ ਜਿਹੀ ਔਰਤ ਕਦੋਂ ਤੱਕ ਸੋਨੇ ਦੀ ਸੜਕ ਤੇ ਚੱਲਣ ਤੋਂ ਇਨਕਾਰ ਕਰੇਗੀ? ਇਹ ਵੀ ਦੇਖਣਾ ਹੈ। ਇਸ ਲਈ ਇਹ ਸਭ ਸੋਚ ਸਮਝ ਕੇ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ, ਲਾਚੀ ਪ੍ਰੋਜੈਕਟ। ਉਹਦਾ ਅੰਦਾਜ਼ਾ ਪਾਸ ਹੋਇਆ, ਠੇਕੇ ਤੇ ਦਿੱਤਾ ਗਿਆ, ਮਜ਼ਦੂਰ ਕੰਮ ਤੇ ਲਾਤੇ ਗਏ, ਪਰ ਨਤੀਜਾ ਉਹੀ, ਢਾਕ ਦੇ 3 ਪੱਤੇ। ਮੈਂ ਨਹੀਂ ਵਿਕਾਂਗੀ, ਮਰ ਜਾਵਾਂਗੀ, ਪਰ ਵਿਕਾਂਗੀ ਨਹੀਂ। ਇਹੋ ਲਾਚੀ ਦਾ ਆਖਰੀ ਫੈਸਲਾ ਸੀ। ਜੀਨਾ ਨੇ ਸਮਝਾਇਆ, 50,000 ਦੀ ਰਕਮ ਕੋਈ ਘੱਟ ਨਹੀਂ ਹੁੰਦੀ, ਮੂਰਖ ਨਾ ਬਣ। ਆਫਰ ਕਬੂਲ ਕਰ ਲੈ, ਆਪਣੀ ਜ਼ਿੰਦਗੀ ਬਣਾ ਲੈ ਤੇ ਮੈਂ ਗੁਲ ਨਾਲ ਧੋਖਾ ਕਰ ਲਵਾਂ? ਗੁਲ ਨੂੰ ਪਤਾ ਵੀ ਨਹੀਂ ਚੱਲਣਾ। ਕੀ ਧੋਖਾ ਉਹਨੂੰ ਕਹਿੰਦੇ ਨੇ ਜਿਹਦਾ ਪਤਾ ਚੱਲੇ? ਤੇ ਤੇਰਾ ਕੀ ਖਿਆਲ ਹੈ? ਮੈਨੂੰ ਵੀ ਪਤਾ ਨਹੀਂ ਚੱਲੇਗਾ ਮੈਂ ਕਿਸ ਨਾਲ ਧੋਖਾ ਕੀਤਾ ਹੈ। ਇਸ 'ਚ ਧੋਖੇ ਦੀ ਕੀ ਗੱਲ ਹੈ? ਇਹ ਤਾਂ ਇੱਕ ਵਕਤੀ ਗੱਲ ਹੋਏਗੀ, ਸਿਰਫ ਇਸ ਜੇਲ੍ਹ ਦੀ 4 ਦੀਵਾਰੀ ਤੱਕ ਹੀ ਸੀਮਤ ਰਹੇਗੀ। ਜਦ ਤੂੰ ਆਪਣੀ ਸਜ਼ਾ ਭੁਗਤ ਕੇ ਜੇਲ੍ਹ ਤੋਂ ਬਾਹਰ ਨਿਕਲ ਜਾਏਂਗੀ ਤਾਂ ਇਹਨਾਂ 50,000 ਦੇ ਸਹਾਰੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇਂਗੀ। ਤੇ ਗੁਲ ਨੂੰ ਕੀ ਕਹਾਂਗੀ? ਇਹ ਰੁਪਈਆ ਮੈਂ ਕਿੱਥੋਂ ਹਾਸਲ ਕੀਤਾ?
ਚਾਹੇ ਤਾਂ ਕਹਿ ਦੇਈਂ ਕਿ ਮੇਰੇ ਨਾਂ ਦੀ ਲਾਟਰੀ ਨਿਕਲੀ ਹੈ, ਚਾਹੇ ਤਾਂ ਸੱਚੋ ਸੱਚ ਦੱਸ ਦੇਈਂ। ਫਿਰ ਦੇਖ ਲਈ ਗੁਲ ਦੀਆਂ ਅੱਖਾਂ, ਤੇਰੇ ਬੇਗਰਜ਼ ਮਹਿਬੂਬ ਦੀਆਂ ਅੱਖਾਂ ਵੀ ਇਹਨਾਂ ਰੁਪਈਆਂ ਨੂੰ ਵੇਖ ਕੇ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ ਤੇ ਉਹ ਤੇਰੀ ਜ਼ੁਬਾਨ ਤੋਂ ਤੇਰੀ ਬੇਵਫਾਈ ਦੀ ਕਹਾਣੀ ਸੁਣ ਕੇ ਵੀ ਤੇਰੇ ਨਾਲ ਸਮਝੌਤਾ ਕਰ ਲਏਗਾ। ਨਹੀਂ, ਉਹ ਇੰਜ ਨਹੀਂ ਕਰੇਗਾ। ਸ਼ਰਤ ਹੋ ਜਾਏ। ਨਹੀਂ, ਮੈਂ ਸ਼ਰਤ ਲਾਉਣ ਨੂੰ ਵੀ ਤਿਆਰ ਨਹੀਂ ਹਾਂ। ਇਹ ਗੱਲ ਨਹੀਂ ਕਿ ਮੈਨੂੰ ਗੁਲ ਤੇ ਭਰੋਸਾ ਨਹੀਂ, ਉਹ ਤਾਂ ਹੈ ਤੇ ਕਦੇ ਨਹੀਂ ਬਦਲੇਗਾ ਮੇਰਾ ਗੁਲ, ਇਹ ਵੀ ਮੈਂ ਜਾਣਦੀ ਹਾਂ। ਪਰ ਮੈਂ ਕਿਉਂ ਇਹ ਸ਼ਰਤ ਲਈ ਅਜਿਹੀ ਗਲਤ ਗੱਲ ਕਰਾਂ? ਇਸ 'ਚ ਗਲਤ ਗੱਲ ਕੀ ਹੈ? ਤੂੰ ਆਪਣੇ ਜਿਸਮ ਦੀ ਮਾਲਕ ਹੈ, ਜਿਸਮ ਤੇਰਾ ਹੈ, ਕਿਸੇ ਦੂਸਰੇ ਦਾ ਨਹੀਂ। ਤੇ ਮੁਹੱਬਤ ਤਾਂ ਇੱਕ ਬੇਕਾਰ ਜਿਹਾ ਖਿਆਲ ਹੈ, ਆਉਂਦੀ ਜਾਂਦੀ ਗੱਲ ਹੈ। ਜ਼ਿੰਦਗੀ 'ਚ 10 ਵਾਰ ਮੁਹੱਬਤ ਹੁੰਦੀ ਹੈ, 20 ਵਾਰ ਟੁੱਟਦੀ ਹੈ, 40 ਵਾਰ ਫੇਰ ਹੋ ਜਾਂਦੀ ਹੈ। ਖੁਦ ਮੈਂ ਆਪਣੀ ਜਵਾਨੀ 'ਚ ਪਤਾ ਨਹੀਂ ਕਿੰਨੀ ਵਾਰ ਮੁਹੱਬਤ ਕੀਤੀ ਹੈ। ਜਦ ਪਹਿਲੀ ਮੁਹੱਬਤ ਥੋੜੀ ਪੁਰਾਣੀ ਤੇ ਬਾਸੀ ਹੋਣ ਲੱਗੀ ਤਾਂ ਮੈਂ ਉਹਦਾ ਦਰਵਾਜ਼ਾ ਬੰਦ ਕਰਕੇ ਨਵੀਂ ਮੁਹੱਬਤ ਦਾ ਦਰਵਾਜ਼ਾ ਖੋਲ੍ਹ ਲਿਆ। ਵਾਹ, ਲਾਚੀ ਬਹੁਤ ਗੁੱਸੇ ਨਾਲ ਬੋਲੀ। ਔਰਤ ਦੀ ਮੁਹੱਬਤ ਨਾ ਹੋਈ, ਮਿਊਨਿਸਪੈਲਿਟੀ ਦੀ ਟੂਟੀ ਹੋ ਗਈ। ਜਦ ਜੀ ਕੀਤਾ ਟੂਟੀ ਘੁਮਾ ਕੇ ਪਾਣੀ ਪੀ ਲਿਆ, ਜਦ ਜੀ ਕੀਤਾ ਟੂਟੀ ਘੁਮਾ ਕੇ ਪਾਣੀ ਬੰਦ ਕਰ ਦਿੱਤਾ। ਜੀਨਾ ਬਾਈ ਨਿਰੁੱਤਰ ਹੋ ਕੇ ਚਲੀ ਗਈ। ਬਦਲ ਕੇ ਤਰ੍ਹਾਂ ਦੇ ਤਰੀਕਿਆਂ ਨਾਲ ਤੇ ਬਹਾਨਿਆਂ ਨਾਲ ਉਹਨੇ 1000 ਵਾਰ ਇਸ ਗੱਲ ਨੂੰ ਵੱਖ-ਵੱਖ ਢੰਗਾਂ ਨਾਲ ਲਾਚੀ ਦੇ ਸਾਹਮਣੇ ਪੇਸ਼ ਕੀਤਾ, ਪਰ ਲਾਚੀ ਦਾ ਇੱਕ ਹੀ ਜਵਾਬ ਸੀ। ਇਸ 'ਚ ਉਹਦੀ ਜ਼ਿੱਦ ਸ਼ਾਮਲ ਨਹੀਂ ਸੀ। ਲਾਚੀ ਦਾ ਜਵਾਬ ਤਾਂ ਉਹਦੇ ਪੂਰੇ ਜਿਸਮ ਤੇ ਰੂਹ ਦਾ ਜਵਾਬ ਸੀ। ਉਹ ਕੋਈ ਦੂਸਰਾ ਜਵਾਬ ਦੇ ਹੀ ਨਹੀਂ ਸੀ ਸਕਦੀ। ਕਦੇ ਤਾਂ ਉਹ ਜਵਾਬ ਚੁੱਪ-ਚਾਪ ਦਿੰਦੀ, ਕਦੇ ਉਹਦੇ ਅੰਦਰ ਨਫ਼ਰਤ ਭਰ ਜਾਂਦੀ ਤੇ ਗੁੱਸੇ ਨਾਲ ਪੈਰ ਪਟਕ ਕੇ ਕਹਿੰਦੀ, ਨਹੀਂ, ਜੋ ਮੈਨੂੰ ਮੇਰੀ ਮਰਜ਼ੀ ਦੇ ਖਿਲਾਫ ਹੱਥ ਵੀ ਲਾਏਗਾ ਮੈਂ ਉਹਨੂੰ ਕੱਚਾ ਚੱਬ ਜਾਵਾਂਗੀ। ਕੱਚਾ ਤਾਂ ਖੈਰ ਉਹ ਕੀ ਚੱਬਦੀ। ਜੇਲ੍ਹ 'ਚ ਇੱਕ ਤੋਂ ਇੱਕ ਵੱਡਾ ਅਪਰਾਧੀ ਸੀ ਜਿਹੜਾ ਲਾਚੀ ਦੀ ਗਰਦਨ ਤੇ ਛੁਰੀ ਰੱਖ ਕੇ ਉਹਦਾ ਹੰਕਾਰ ਤੋੜ ਸਕਦਾ ਸੀ, ਪਰ ਕਮਬਖਤ ਖੂਬ ਚੰਦ ਦੀ ਵਜ੍ਹਾ ਨਾਲ ਸਭ ਉਹ ਤੋਂ ਡਰਦੇ ਸੀ। ਉਹਦੇ ਹੁੰਦਿਆਂ ਹੋਇਆਂ ਲਾਚੀ ਨੂੰ ਕਿਸੇ ਜਾਲ 'ਚ ਨਹੀਂ ਫਸਾਇਆ ਜਾ ਸਕਦਾ ਸੀ। ਜ਼ਿਆਦਾ ਤੋਂ ਜ਼ਿਆਦਾ ਜੇ ਹੋ ਸਕਦਾ ਉਹ ਕੀਤਾ ਜਾ ਰਿਹਾ ਸੀ। ਲਾਚੀ ਨੂੰ ਜੇਲ੍ਹ 'ਚ ਅਜੀਬ ਤਜਰਬੇ ਹੋ ਰਹੇ ਸਨ। ਇੱਕ ਦਿਨ ਉਹਦੀ ਮੁਲਾਕਾਤ ਗੰਗਾ ਬਾਈ ਨਾਲ ਹੋਈ। ਜਵਾਨ ਤੇ ਖੂਬਸੂਰਤ ਕੁੜੀ ਸੀ। ਕਮਬਖਤ ਦਾ ਰੋਮ ਫੜਕਦਾ ਸੀ। ਉਹਦੇ 2 ਦਰਜਨ ਚੋਰੀਆਂ ਦਾ ਇਲਜ਼ਾਮ ਸੀ। ਕਿ ਤੂੰ ਮੁਰਗੀਆਂ ਚੋਰੀ ਕਰਦੀ ਸੀ? ਲਾਚੀ ਨੇ ਉਹ ਤੋਂ ਪੁੱਛਿਆ। ਗੰਗਾ ਦੇ ਮੂੰਹੋਂ ਹਾਸੇ ਦਾ ਫੁਹਾਰਾ ਨਿਕਲਿਆ। ਉਹਦੀ ਚਾਂਦੀ ਵਰਗੀ ਹਾਸੀ ਦੀਆਂ ਲਹਿਰਾਂ ਦੂਰ ਦੂਰ ਤੱਕ ਫਿਜ਼ਾ 'ਚ ਫੈਲ ਗਈਆਂ। ਬੜੀ ਮੁਸ਼ਕਿਲ ਨਾਲ ਹਾਸਾ ਰੋਕ ਕੇ ਬੋਲੀ, ਨਹੀਂ, ਮੈਂ ਕੱਪੜੇ ਚੋਰੀ ਕਰਦੀ ਸੀ। ਕਿਹੋ ਜਿਹੇ? ਮੇਰੇ ਨਾਲ 2 ਆਦਮੀ ਵੀ ਕੰਮ ਕਰਦੇ ਸੀ। ਸਾਡੇ 3 ਦੀ ਇੱਕ ਟੋਲੀ ਸੀ। ਅਸੀਂ ਲੋਕ ਅੱਧੀ ਰਾਤ ਨੂੰ ਵੱਡੀਆਂ ਦੁਕਾਨਾਂ ਦੇ ਸ਼ੋਕੇਸ ਦੇ ਕੱਚ ਬੜੀ ਤਰਕੀਬ ਨਾਲ ਤੋੜ ਦਿੰਦੇ ਸੀ ਤੇ ਫਿਰ ਉਸ 'ਚ ਘੁਸ ਕੇ ਚੋਰੀ ਕਰਦੇ। ਇਹ ਦੋਨੋਂ ਆਦਮੀ ਬਾਹਰ ਰਹਿੰਦੇ। ਮੈਂ ਅੰਦਰ ਜਾ ਕੇ ਪਲਾਸਟਿਕ ਦੇ ਮਾਡਲਾਂ ਦੇ ਜਿਸਮਾਂ ਤੋਂ ਸਾੜੀਆਂ ਉਤਾਰ ਲੈਂਦੀ। ਦੂਜੇ ਥਾਨਵੀ ਜਿਹੜੇ ਸ਼ੋਕੇਸ 'ਚ ਸਜੇ ਹੁੰਦੇ ਕੱਢ ਕੇ ਬਾਹਰ ਸੁੱਟਦੇ ਤੇ ਜੇ ਕੋਈ ਪੁਲਿਸ ਵਾਲਾ ਆ ਜਾਂਦਾ ਤਾਂ ਦੋਵੇਂ ਆਦਮੀ ਇੱਧਰ ਉੱਧਰ ਭੱਜ ਜਾਂਦੇ ਤੇ ਮੈਂ ਸ਼ੋਕੇਸ 'ਚ ਖੜੀ ਹੋ ਕੇ ਬਿਲਕੁਲ ਇੱਕ ਮਾਡਲ ਵਾਂਗ ਬਣ ਜਾਂਦੀ ਤੇ ਪੁਲਿਸ ਵਾਲੇ ਮੈਨੂੰ ਵੀ ਇੱਕ ਪਲਾਸਟਿਕ ਦਾ ਮਾਡਲ ਸਮਝ ਕੇ ਅੱਗੇ ਵੱਧ ਜਾਂਦੇ। ਐਤਕੀ ਲਾਚੀ ਬਹੁਤ ਹੱਸੀ। ਉਹਨੂੰ ਇਹ ਤਰਕੀਬ ਬਹੁਤ ਪਸੰਦ ਆਈ। ਬਹੁਤ ਵਧੀਆ, ਬਹੁਤ ਚੰਗੀ ਤਰਕੀਬ ਹੈ। ਬਹੁਤ ਘੱਟ ਕਿਸੇ ਨੂੰ ਸੁੱਝੀ ਹੋਏਗੀ। ਹਾਂ, ਪੁਲਿਸ ਵਾਲਿਆਂ ਨੇ ਆਖਿਰ ਸਾਨੂੰ ਫੜ ਹੀ ਲਿਆ। ਤੂੰ ਜੇਲ੍ਹ ਤੋਂ ਬਾਹਰ ਜਾ ਕੇ ਕੀ ਕੰਮ ਕਰੇਂਗੀ? ਫਿਰ ਇਹੋ ਜਿਹੇ ਕੰਮ ਸ਼ੁਰੂ ਕਰਾਂਗੀ। ਫਿਰ ਸਜ਼ਾ ਪਾਉਣ ਦਾ ਫਾਇਦਾ ਕੀ ਹੋਇਆ? ਸਜ਼ਾ ਤਾਂ ਜੁਰਮ ਦੇ ਵਾਸਤੇ ਇੱਕ ਵਕਫਾ ਹੈ। ਗੰਗਾ ਨੇ ਸੋਚਦਿਆਂ ਕਿਹਾ, ਹੋਰ ਕੋਈ ਰਾਹ ਵੀ ਤਾਂ ਨਹੀਂ? ਤੂੰ ਵਿਆਹ ਨਹੀਂ ਕੀਤਾ? ਲਾਚੀ ਨੇ ਪੁੱਛਿਆ। ਜਿਹੜੇ 2 ਆਦਮੀਆਂ ਨਾਲ ਮੈਂ ਕੰਮ ਕਰਦੀ ਹਾਂ ਉਹਨਾਂ ਨਾਲ ਹੀ ਮੈਂ ਤਕਰੀਬਨ ਵਿਆਹ ਕਰ ਰੱਖਿਆ। ਦੋਹਾਂ ਨਾਲ? ਲਾਚੀ ਹੈਰਾਨ ਹੋ ਕੇ ਬੋਲੀ, ਹਾਂ, ਦੋਹਾਂ ਨਾਲ। ਗੰਗਾ ਨੇ ਥੋੜਾ ਉਦਾਸ ਹੋ ਕੇ ਕਿਹਾ। ਥੋੜੀ ਦੇਰ ਉਹ ਕੁਝ ਸੋਚਦੀ ਰਹੀ, ਫਿਰ ਬੋਲੀ। ਇਸ ਵਾਰ ਉਹਦਾ ਚਿਹਰਾ ਫਿਰ ਖੁਸ਼ ਹੋ ਗਿਆ, ਪਰ ਉਹ ਦੋਵੇਂ ਮੈਨੂੰ ਬਹੁਤ ਖੁਸ਼ ਰੱਖਦੇ ਆ। ਲਾਚੀ ਦੇ ਦਿਲ 'ਚ ਇੱਕ ਵਾਰ ਤਾਂ ਖਿਆਲ ਆਇਆ ਕਿ ਉਹ ਵੀ ਜੇਲ੍ਹ ਤੋਂ ਨਿਕਲ ਕੇ ਕੁਝ ਸਮੇਂ ਲਈ ਇਸ ਕੰਮ ਨੂੰ ਅਪਣਾ ਲਵੇ। ਇਸ ਤਰ੍ਹਾਂ ਦਾ ਖਤਰਾ ਮੁੱਲ ਲੈਣਾ ਉਹਨੂੰ ਬਹੁਤ ਪਸੰਦ ਆਇਆ, ਪਰ 2 ਆਦਮੀਆਂ ਵਾਲੀ ਗੱਲ ਉਹਨੂੰ ਪਸੰਦ ਨਾ ਆਈ। ਆਖਿਰ ਜਦੋਂ 2 ਆਦਮੀਆਂ ਦੇ ਨਾਲ ਬਰਾਬਰ ਉਹਨਾਂ ਦੇ ਖਤਰੇ ਦੀ ਹਿੱਸੇਦਾਰ ਹੁੰਦੀ ਹੈ, ਬਰਾਬਰ ਕੰਮ ਕਰਦੀ ਹੈ, ਤਾਂ ਉਸ ਤੋਂ ਇਹ ਉਮੀਦ ਕਿਉਂ ਕੀਤੀ ਜਾਂਦੀ ਹੈ ਕਿ ਚੋਰੀ ਤੋਂ ਇਲਾਵਾ ਉਹ ਆਪਣਾ ਸਭ ਕੁਝ ਉਹਨਾਂ ਦੇ ਹਵਾਲੇ ਕਰ ਦੇ? ਇਹ ਤਾਂ ਧਾਂਦਲੀ ਹੈ, ਬਰਾਬਰ ਦੀ ਸਾਂਝੇਦਾਰੀ ਨਹੀਂ। ਲਾਚੀ ਨੂੰ ਕੁਸ਼ਲਿਆ ਵੀ ਬਹੁਤ ਅਜੀਬ ਪ੍ਰਤੀਤ ਹੋਈ। ਕੁਸ਼ਲਿਆ ਦੇ ਕਈ ਨਾਮ ਸੀ। ਇਕਬਾਲ ਬਾਨੋ, ਮੈਰੀ ਡਿਸੂਜ਼ਾ, ਸੁਰਜੀਤ ਕੌਰ ਤੇ ਪਤਾ ਨਹੀਂ ਹੋਰ ਕੀ। ਉਹ ਗ੍ਰੈਜੂਏਟ ਕੁੜੀ ਸੀ। ਅੰਗਰੇਜ਼ੀ ਤੋਂ ਬਿਨਾਂ ਉਰਦੂ, ਹਿੰਦੀ, ਪੰਜਾਬੀ, ਮਰਾਠੀ, ਬੰਗਾਲੀ, ਫ੍ਰੈਂਚ, ਤਾਮਿਲ, ਮਲਿਆਲਮ ਭਾਸ਼ਾਵਾਂ ਵਿੱਚ ਵੀ ਗਿਆਨ ਰੱਖਦੀ ਸੀ। ਬੜੀ ਅਪ ਟੂ ਡੇਟ ਤੇ ਫੈਸ਼ਨੇਬਲ ਕੁੜੀ ਸੀ। ਗ੍ਰਿਫਤਾਰ ਹੋਣ ਤੋਂ ਪਹਿਲਾਂ ਉਹਦਾ ਧੰਦਾ ਇਹ ਸੀ ਕਿ ਉਹ ਬੇਕਾਰ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਤੇ ਵੱਖ-ਵੱਖ ਮਿਨਿਸਟਰਾਂ ਤੇ ਅਫਸਰਾਂ ਨਾਲ ਆਪਣੀ ਜਾਣ ਪਹਿਚਾਣ ਦੱਸ ਕੇ ਉਹਨਾਂ ਤੋਂ ਰੁਪਈਏ ਠੱਗਦੀ ਤੇ ਰੁਪਈਏ ਲੈ ਕੇ ਰਫੂ ਚੱਕਰ ਹੋ ਜਾਂਦੀ ਸੀ। ਹੁਣ ਤੱਕ 2-3 ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਧੋਖਾ ਦੇ ਕੇ ਇਸ ਤਰ੍ਹਾਂ ਉਹਨਾਂ ਤੋਂ ਹਜ਼ਾਰਾਂ ਰੁਪਏ ਹਾਸਲ ਕਰ ਚੁੱਕੇ ਸੀ।
ਲਾਚੀ ਨੇ ਪੁੱਛਿਆ, ਪਰ ਤੂੰ ਤਾਂ ਪੜ੍ਹੀ ਲਿਖੀ ਕੁੜੀ ਹੈ, ਕਿਤੇ ਵੀ ਨੌਕਰੀ ਕਰਕੇ 200-300 ਰੁਪਏ ਇੱਜ਼ਤ ਨਾਲ ਕਮਾ ਸਕਦੀ ਹੈ। 200-300 ਰੁਪਏ 'ਚ ਮੇਰਾ ਖਰਚਾ ਪੂਰਾ ਨਹੀਂ ਹੁੰਦਾ, ਤਾਂ ਖਰਚਾ ਘੱਟ ਕਰ ਦੇ। ਖਰਚਾ ਘੱਟ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਮੈਂ ਚੰਗੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹਾਂ। ਚੰਗੀ ਜ਼ਿੰਦਗੀ ਕੀ ਹੁੰਦੀ ਹੈ? ਚੰਗੀ ਜ਼ਿੰਦਗੀ ਵਧੀਆ ਗਹਿਣੇ, ਬਹੁਤ ਸਾਰੇ ਪੈਸਿਆਂ ਨਾਲ ਹੀ ਮਿਲ ਸਕਦੀ ਹੈ। ਪੈਸੇ ਪੈਸੇ ਪੈਸੇ। ਕੀ ਜ਼ਿੰਦਗੀ 'ਚ ਖੁਸ਼ੀ ਸਿਰਫ ਪੈਸਿਆਂ ਨਾਲ ਹੀ ਹਾਸਲ ਹੁੰਦੀ ਹੈ? ਖੁਸ਼ੀ ਤਾਂ ਇਸ ਦੁਨੀਆ 'ਚ ਔਰਤ ਨੂੰ ਕਿੱਥੇ ਮਿਲਦੀ ਹੈ? ਕੁਸ਼ਲਿਆ ਗੁੱਸੇ ਨਾਲ ਬੋਲੀ। ਮੇਰੇ ਮਾਂ-ਬਾਪ ਨੇ ਦੌਲਤ ਦੇ ਲਾਲਚ 'ਚ ਆ ਕੇ ਮੈਨੂੰ ਇੱਕ ਬੁੱਢੇ ਨਾਲ ਬੰਨ੍ਹ ਦਿੱਤਾ। ਜਦੋਂ ਬੁੱਢਾ ਮਰ ਗਿਆ ਤਾਂ ਉਹਦੀ ਪਹਿਲੀ ਪਤਨੀ ਤੇ ਬੱਚਿਆਂ ਨੇ ਮੈਨੂੰ ਘਰ ਤੋਂ ਬਾਹਰ ਕੱਢਤਾ, ਤੇ ਜਦ ਆਪਣਿਆਂ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਮੈਂ ਗੈਰਾਂ ਨਾਲ ਧੋਖਾ ਕਰਕੇ ਕਿਹੜਾ ਵੱਡਾ ਪਾਪ ਕਰ ਰਹੀ ਹਾਂ। ਮੈਂ ਤਾਂ ਲੱਖ ਚਾਹਿਆ ਕਿ ਕੋਈ ਸ਼ਰੀਫ ਆਦਮੀ ਮੇਰੇ ਨਾਲ ਵਿਆਹ ਕਰ ਲਏ, ਤਾਂ ਜੋ ਮੈਂ ਮਜ਼ਹਬੀ ਤੇ ਕਾਨੂੰਨੀ ਭਰੋਸੇ ਨਾਲ ਖੁਦ ਨੂੰ ਉਹਦੇ ਹੱਥੀਂ ਵੇਚ ਕੇ ਆਰਾਮ ਤੇ ਚੈਨ ਦੀ ਜ਼ਿੰਦਗੀ ਬਤੀਤ ਕਰਾਂ। ਪਰ ਕੋਈ ਭਲਾ ਆਦਮੀ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੀ ਨਾ ਹੋਇਆ। ਤਾਂ ਤੂੰ ਵਿਆਹ ਵਿੱਚ ਵੀ ਵੇਚਣ ਦੀ ਗੱਲ ਕਰਦੀ ਹੈ? ਵਿਆਹ ਵਿੱਚ ਵੀ ਔਰਤ ਇੱਕ ਤਰ੍ਹਾਂ ਆਪਣਾ ਜਿਸਮ ਵੇਚਦੀ ਹੈ, ਹੋਰ ਕੀ ਕਰਦੀ ਹੈ? ਪਿਆਰ ਕੋਈ ਚੀਜ਼ ਨਹੀਂ ਹੁੰਦੀ ਹੋਏਗੀ। ਕੁਸ਼ਲਿਆ ਬਹੁਤ ਗੁੱਸੇ 'ਚ ਬੋਲੀ। ਮੈਨੂੰ ਤਾਂ ਨਹੀਂ ਮਿਲੀ। ਲਾਚੀ ਨੇ ਸੋਚ ਕੇ ਕਿਹਾ, ਮੈਂ ਤਾਂ ਸਮਝਦੀ ਸੀ ਕਿ ਤੂੰ ਇੰਨੀ ਚੰਗੀ ਹੈ ਕਿ ਹਰ ਸ਼ਰੀਫ ਆਦਮੀ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਏਗਾ, ਜੇ ਤੂੰ ਉਹਨੂੰ ਆਪਣੀਆਂ ਚਾਲਬਾਜ਼ੀਆਂ ਨਾ ਦੱਸੇ। ਮੈਂ ਜਿਸ ਸ਼ਰੀਫ ਆਦਮੀ ਦਾ ਖਿਆਲ ਕਰਾਂ ਉਹਨੂੰ ਕਿਵੇਂ ਨਾ ਦੱਸਾਂ? ਉਹਨੂੰ ਤਾਂ ਸਭ ਕੁਝ ਦੱਸਣਾ ਹੀ ਪਏਗਾ। ਮੈਂ ਹਰ ਵਾਰ ਜੇਲ੍ਹ ਤੋਂ ਛੁੱਟ ਕੇ ਕੋਸ਼ਿਸ਼ ਕਰਦੀ ਹਾਂ ਕਿ ਹੁਣ ਸਿੱਧੇ ਰਾਹ ਤੇ ਚੱਲ ਕੇ ਕਿਸੇ ਸ਼ਰੀਫ ਆਦਮੀ ਨਾਲ ਵਿਆਹ ਕਰਾਂਗੀ, ਤੇ ਜਦ ਕਿਸੇ ਸ਼ਰੀਫ ਆਦਮੀ ਨੂੰ ਆਪਣੀ ਕਹਾਣੀ ਸੁਣਾਉਂਦੀ ਹਾਂ ਤਾਂ ਪਾਸਾ ਵੱਟ ਜਾਂਦਾ। ਸ਼ਰੀਫ ਆਦਮੀ ਤੋਂ ਤੇਰਾ ਕੀ ਮਤਲਬ ਹੈ? ਲਾਚੀ ਨੇ ਹੈਰਾਨ ਹੋ ਕੇ ਪੁੱਛਿਆ। ਅਜਿਹਾ ਆਦਮੀ ਜਿਹਦੀ ਆਮਦਨ ਘੱਟੋ ਘੱਟ 1000 ਰੁਪਏ ਮਹੀਨਾ ਹੋਵੇ। ਹੈ? ਆਪਣੇ ਆਪ ਲਾਚੀ ਦੇ ਮੂੰਹ ਨਿਕਲਿਆ। ਫਿਰ ਤਾਂ ਸੱਚਮੁੱਚ ਕੋਈ ਤੇਰੀ ਮਦਦ ਨਹੀਂ ਕਰ ਸਕਦਾ। ਕੁਸ਼ਲਿਆ ਉਰਫ ਇਕਬਾਲ ਬਾਨੂ ਉਰਫ ਸੁਰਜੀਤ ਕੌਰ ਨੇ ਆਪਣੇ ਵਾਲਾਂ ਨੂੰ ਇੱਕ ਖਾਸ ਅੰਦਾਜ਼ 'ਚ ਝਟਕਾ ਦਿੱਤਾ, ਜਿਵੇਂ ਉਹਨੂੰ ਦੁਨੀਆ 'ਚ ਕਿਸੇ ਦੀ ਪਰਵਾਹ ਨਹੀਂ। ਫਿਰ ਉਹਨੇ ਮਰਦਾਂ ਨੂੰ ਇੱਕ ਮੋਟੀ ਜਿਹੀ ਗਾਲ ਕੱਢੀ ਤੇ ਲਾਚੀ ਤੋਂ ਮੂੰਹ ਮੋੜ ਕੇ ਆਪਣੇ ਬੈਰਕ ਵੱਲ ਚਲੀ ਗਈ। ਉਸਨੇ ਲਾਚੀ ਦੀ ਸੋਚ ਵਿੱਚ ਅਜੀਬ ਉਥਲ-ਪੁਥਲ ਮੱਚੀ ਹੋਈ ਸੀ। ਜਦ ਉਹ ਆਪਣਾ ਘੱਗਰਾ ਪਾਈ ਹੱਥਾਂ 'ਚ ਡੱਫ ਚੁੱਕੀ ਖੂਬ ਚੰਦ ਦੇ ਸਾਹਮਣੇ ਖੜੀ ਹੋ ਗਈ ਤਾਂ ਅੱਜ ਉਹਦੇ ਚਿਹਰੇ ਤੇ ਰੋਜ਼ ਵਾਂਗ ਖੁਸ਼ੀ ਨਹੀਂ ਸੀ। ਅੱਜ ਉਹਦਾ ਚਿਹਰਾ ਸੋਚ ਵਿੱਚ ਡੁੱਬਿਆ ਹੋਇਆ ਸੀ। ਸੁਪਰੀਗਨ? ਹਾਂ ਲਾਚੀ, ਜੇ ਰੁਪਈਆਂ ਨਾਲ ਖੁਸ਼ੀ ਹਾਸਲ ਹੁੰਦੀ ਹੈ ਤੇ 1 ਰੁਪਏ ਨਾਲ ਵੀ ਹੋ ਸਕਦੀ ਹੈ, ਤੇ 1000 ਨਾਲ ਵੀ। ਹਾਂ ਲਾਚੀ। ਲਾਚੀ ਕੁਛ ਦੇਰ ਚੁੱਪ ਰਹੀ ਤੇ ਫਿਰ ਬੋਲੀ, ਸੁਪਰੀਡਨ? ਹਾਂ ਲਾਚੀ। ਕੀ ਤੂੰ ਸ਼ਰੀਫ ਆਦਮੀ ਹੈ? ਕੀ ਮਤਲਬ? ਮਤਲਬ ਤੁਹਾਡੀ ਤਨਖਾਹ ਕਿੰਨੀ ਹੈ? 600 ਰੁਪਏ। ਤਾਂ ਤੁਸੀਂ ਸ਼ਰੀਫ ਆਦਮੀ ਨਹੀਂ ਹੋ। ਖੂਬ ਚੰਦ ਦਾ ਬੁਰਸ਼ ਰੁਕ ਗਿਆ। ਉਹ ਲਾਚੀ ਵੱਲ ਵੇਖ ਕੇ ਬੋਲਿਆ, ਅਜਿਹਾ ਕਿਉਂ ਸੋਚਦੀ ਆਂ ਤੂੰ? ਮੈਂ ਕਦੇ ਤੇਰੇ ਨਾਲ ਕੋਈ ਗੁਸਤਾਖੀ ਕੀਤੀ? ਨਹੀਂ, ਪਰ ਕੁਸ਼ਲਿਆ ਕਹਿੰਦੀ ਹੈ ਸ਼ਰੀਫ ਆਦਮੀ ਉਹ ਹੁੰਦਾ ਜਿਹਦੀ ਤਨਖਾਹ ਘੱਟੋ ਘੱਟ 1000 ਰੁਪਏ ਹੋਵੇ। ਖੂਬ ਚੰਦ ਹੱਸਿਆ, ਫਿਰ ਬੋਲਿਆ, ਜਿਹੜੀ ਗੱਲ ਕੁਸ਼ਲਿਆ ਕਹਿੰਦੀ ਹੈ ਉਹੀ ਗੱਲ ਦੁਨੀਆ ਵੀ ਕਹਿੰਦੀ ਹੈ, ਤੇ ਇਸ ਤਰ੍ਹਾਂ ਇਸ ਦੁਨੀਆ 'ਚ ਧੋਖੇਬਾਜ਼ੀ ਹੁੰਦੀ ਹੈ। ਲਾਚੀ ਕੁਝ ਸੋਚ ਕੇ ਫਿਰ ਬੋਲੀ, ਸੁਪਰੀਟਨ? ਹਾਂ ਲਾਚੀ। ਤਾਂ ਫਿਰ ਜਿਹੜਾ ਆਦਮੀ 1000 ਕਮਾਉਣ ਵਾਲਾ ਹੋਰ ਜ਼ਿਆਦਾ ਧੋਖਾ ਕਰਦਾ, ਫਿਰ ਸ਼ਰਾਫਤ ਕੀ ਹੁੰਦੀ ਹੈ? ਤੂੰ ਬਹੁਤ ਮੁਸ਼ਕਿਲ ਸਵਾਲ ਪੁੱਛਿਆ ਲਾਚੀ। ਖੂਬ ਚੰਦ ਨੇ ਲਾਚੀ ਕੋਲ ਜਾ ਕੇ ਕਿਹਾ। ਫਿਰ ਉਹਨੇ ਆਪਣੀ ਜੇਬ 'ਚੋਂ ਇੱਕ ਚਿੱਠੀ ਕੱਢ ਕੇ ਕਿਹਾ, ਤੇਰੇ ਸਵਾਲ ਦਾ ਜਵਾਬ ਇਸ ਚਿੱਠੀ 'ਚ ਹੈ। ਇਹ ਚਿੱਠੀ ਗੁੱਲ ਦੀ ਹੈ। ਲਾਚੀ ਨੇ ਜੋਸ਼ ਨਾਲ ਕਿਹਾ, ਹਾਂ। ਲਾਚੀ ਛਾਲ ਮਾਰ ਕੇ ਸਟੂਲ ਤੋਂ ਥੱਲੇ ਆ ਗਈ। ਉਹ ਚਿੱਠੀ ਲੈਣ ਲਈ ਬੱਚਿਆਂ ਵਾਂਗ ਬੇਕਰਾਰ ਹੋ ਕੇ ਖੂਬ ਚੰਦ ਵੱਲ ਭੱਜੀ। ਖੂਬ ਚੰਦ ਬੱਚਿਆਂ ਵਾਂਗੂ ਤੋਂ ਦੂਰ ਭੱਜਣ ਲੱਗਾ। ਅਖੀਰ ਲਾਚੀ ਨੇ ਉਹਨੂੰ ਫੜ ਲਿਆ ਤੇ ਉਹਨੂੰ ਆਪਣੇ ਦੋਵਾਂ ਹੱਥਾਂ 'ਚ ਘੁੱਟ ਕੇ ਉੱਤੋਂ ਆਪਣੀ ਚਿੱਠੀ ਖੋਹ ਲਈ। ਫਿਰ ਉਹਨੇ ਖੂਬ ਚੰਦ ਨੂੰ ਦੋਹਾਂ ਬਾਹਾਂ 'ਚ ਚੁੱਕ ਕੇ ਉਹਨੂੰ ਸਟੂਲ ਤੇ ਬਿਠਾ ਦਿੱਤਾ ਜਿਸ ਤੇ ਉਹ ਬੈਠੀ ਸੀ, ਤੇ ਉਹ ਖੁਦ ਤਖਤੇ ਕੋਲ ਜਾ ਕੇ ਖੜੀ ਹੋ ਗਈ ਤੇ ਬੁਰਸ਼ ਚੁੱਕ ਕੇ ਉਹਨੂੰ ਹੁਕਮ ਦੇਣ ਵਾਲੇ ਅੰਦਾਜ਼ 'ਚ ਕਿਹਾ, ਹੁਣੇ ਗੁੱਲ ਦੀ ਚਿੱਠੀ ਮੈਨੂੰ ਸੁਣਾਓ, ਨਹੀਂ ਤਾਂ ਮੈਂ ਇਸ ਬੁਰਸ਼ ਨਾਲ ਤੁਹਾਡੇ ਸਾਰੇ ਰੰਗਾਂ ਤੇ ਪਾਣੀ ਫੇਰ ਦੇਵਾਂਗੀ। ਓਏ ਓਏ, ਅਜਿਹਾ ਨਾ ਕਰੀ, ਮੈਂ ਤੈਨੂੰ ਹੁਣੇ ਚਿੱਠੀ ਸੁਣਾਉਣਾ। ਖੂਬ ਚੰਦ ਨੇ ਕਾਹਲੀ ਨਾਲ ਲਿਫਾਫਾ ਫਾੜਿਆ, ਚਿੱਠੀ ਪੜ੍ਹਨ ਲੱਗਿਆ। ਲਾਚੀ ਭੱਜ ਕੇ ਉਹਦੇ ਪੈਰਾਂ ਕੋਲ ਆ ਕੇ ਬੈਠ ਗਈ। ਉਹਨੇ ਆਪਣੀ ਠੋਡੀ ਖੂਬ ਚੰਦ ਦੇ ਗੋਡੇ ਤੇ ਰੱਖ ਲਈ। ਚਿੱਠੀ ਸੁਣਾਉਣ ਲੱਗੀ। ਖੂਬ ਚੰਦ ਬੋਲਿਆ, ਜਾਨ ਤੋਂ ਪਿਆਰੀ ਲਾਚੀ। ਲਾਚੀ ਨੇ ਖੂਬ ਚੰਦ ਨੂੰ ਮਾਰਨ ਲਈ ਆਪਣਾ ਹੱਥ ਚੁੱਕਿਆ। ਖੂਬ ਚੰਦ ਨੇ ਉਹਦਾ ਵਾਰ ਰੋਕਦਿਆਂ ਕਿਹਾ, ਐ ਪਾਗਲ, ਇਹ ਮੈਂ ਨਹੀਂ ਕਹਿ ਰਿਹਾ, ਇਹ ਤਾਂ ਗੁੱਲ ਦੀ ਚਿੱਠੀ ਤੈਨੂੰ ਪੜ੍ਹ ਕੇ ਸੁਣਾ ਰਿਹਾ। ਚੰਗਾ ਤਾਂ ਠੀਕ ਹੈ, ਫੇਰ ਵੇਖੀ ਠੀਕ ਠੀਕ ਪੜ੍ਹ ਕੇ ਸੁਣਾਈ ਤੇ ਆਪਣੇ ਵੱਲੋਂ ਕੁਝ ਨਾ ਜੋੜੀ, ਨਹੀਂ ਤਾਂ। ਖੂਬ ਚੰਦ ਸੁਣਾਉਣ ਲੱਗਿਆ, ਮੇਰੇ ਦਿਲ 'ਚ ਹਰ ਵਕਤ ਤੇਰਾ ਖਿਆਲ ਰਹਿੰਦਾ ਹੈ, ਹਰ ਪਲ ਤੇਰੀ ਤਸਵੀਰ ਮੇਰੀਆਂ ਅੱਖਾਂ 'ਚ ਸਮਾਈ ਰਹਿੰਦੀ ਹੈ। ਕੋਈ ਪਲ ਅਜਿਹਾ ਨਹੀਂ ਗੁਜ਼ਰਦਾ ਜਦ ਆਪਣੀ ਲਾਚੀ ਦੀ ਪਿਆਰੀ ਪਿਆਰੀ ਸੂਰਤ ਮੈਨੂੰ ਯਾਦ ਨਾ ਆਈ ਹੋਵੇ। ਸ਼ੁਰੂ ਤੋਂ ਆਖਰ ਤੱਕ, ਜ਼ਿੰਦਗੀ ਤੋਂ ਮੌਤ ਤੱਕ,
ਜਦ ਤੱਕ ਮੈਂ ਜਿੰਦਾ ਆਪਣੀ ਲਾਚੀ ਨੂੰ ਮੁਹੱਬਤ ਕਰਦਾ ਰਹਾਂਗਾ। ਲਾਚੀ ਅੱਖਾਂ ਬੰਦ ਕਰਕੇ ਸੁਣਦੀ ਗਈ। ਉਹਨੂੰ ਇਉਂ ਜਾਪਿਆ ਜਿਵੇਂ ਆਮ ਸ਼ਬਦ ਨਹੀਂ ਹਨ, ਸ਼ਹਿਦ ਦੇ ਘੁੱਟ ਹਨ ਜੋ ਉਹਦੀ ਰੂਹ 'ਚ ਉਤਰਦੇ ਜਾ ਰਹੇ ਹਨ। ਨਰਮ ਮੁਲਾਇਮ ਰੇਸ਼ਮ ਦੇ ਖੰਭ ਹਨ ਜਿਨ੍ਹਾਂ ਦੇ ਸਹਾਰੇ ਉਹ ਕਾਇਨਾਤ ਦੇ ਖਲਾਅ ਵਿੱਚ ਉੱਡਦੀ ਜਾਂਦੀ ਹੈ। ਗੁਲ ਗੁਲ ਮੇਰੇ ਫੁੱਲ। ਅਧਿਆਇ 15। ਦੂਜੇ ਮਹੀਨੇ ਗੁਲ ਲਾਚੀ ਨੂੰ ਮਿਲਣ ਆਇਆ। ਲਾਚੀ ਗੁਲ ਦਾ ਹੱਥ ਫੜ ਕੇ ਖੂਬ ਚੰਦ ਦੇ ਪ੍ਰਾਈਵੇਟ ਕਮਰੇ 'ਚ ਲੈ ਗਈ ਤੇ ਬੜੇ ਮਾਣ ਨਾਲ ਉਹਨੂੰ ਖੂਬ ਚੰਦ ਨੂੰ ਵਿਖਾ ਕੇ ਬੋਲੀ, ਮੇਰਾ ਗੁਲ ਹੈ। ਖੂਬ ਚੰਦ ਨੇ ਗੁਲ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ। ਲੰਮਾ ਤੇ ਬਾਂਕਾ ਗੁਲ, ਮਰਦਾਨਾ ਤੇ ਹੁਸਨ ਦਾ ਭਰਿਆ ਹੋਇਆ। ਖੂਬ ਚੰਦ ਨੇ ਇੱਕ ਪਲ ਲਈ ਦਿਲ ਹੀ ਦਿਲ 'ਚ ਆਪਣਾ ਉਹਦੇ ਨਾਲ ਮੁਕਾਬਲਾ ਕੀਤਾ। ਫਿਰ ਉਹਦੇ ਚਿਹਰੇ ਤੇ ਇੱਕ ਫਿੱਕੀ ਜਿਹੀ ਉਦਾਸੀ ਭਰੀ ਮੁਸਕਰਾਹਟ ਆਈ ਤੇ ਉਹਨੇ ਗੁਲ ਨੂੰ ਕਿਹਾ, ਆਓ ਆਓ ਇੱਥੇ ਬੈਠੋ। ਲਾਚੀ ਬੋਲੀ, ਤੇ ਇਹ ਮੇਰਾ ਸੁਪਰੀਟਾਨ ਹੈ, ਬਹੁਤ ਵਧੀਆ ਆਦਮੀ ਹੈ। ਇਹਦੀ ਮਿਹਰਬਾਨੀ ਨਾਲ ਆਪਾਂ ਇੱਥੇ ਮਿਲ ਰਹੇ ਹਾਂ, ਨਹੀਂ ਤਾਂ ਲੋਹੇ ਦੀ ਜਾਲੀ ਵਾਲੇ ਕਮਰੇ 'ਚ ਮਿਲਦੇ। ਗੁਲ ਨੇ ਕੁਝ ਹੈਰਾਨ ਹੋ ਕੇ ਖੂਬ ਚੰਦ ਵੱਲ ਵੇਖਿਆ ਪਰ ਮੂੰਹੋਂ ਕੁਝ ਨਾ ਕਿਹਾ। ਉਹਦੇ ਹੱਥਾਂ ਦੀ ਬੇਚੈਨੀ ਤਾਂ ਕਹਿ ਰਹੀ ਸੀ ਕਿ ਗੁਲ ਬਹੁਤ ਖਾਮੋਸ਼ ਤੇ ਬੇਚੈਨ ਹੈ। ਖੂਬ ਚੰਦ ਨੇ ਜਦ ਗੁਲ ਦੀ ਖਾਮੋਸ਼ੀ ਦੇਖੀ ਤੇ ਉਹਦੀਆਂ ਉਂਗਲਾਂ ਦੀ ਹਰਕਤ ਤਾਂ ਉਹਨੇ ਬੁਰਸ਼ ਨੂੰ ਹੌਲੀ ਜਿਹੀ ਪਾਣੀ ਦੇ ਛੋਟੇ ਜਿਹੇ ਪਿਆਲੇ 'ਚ ਧੋਤਾ, ਫਿਰ ਅੱਖਾਂ ਝੁਕਾ ਕੇ ਚੁੱਪਚਾਪ ਕਮਰੇ 'ਚੋਂ ਬਾਹਰ ਨਿਕਲ ਗਿਆ। ਖੂਬ ਚੰਦ ਦੇ ਜਾਂਦਿਆਂ ਹੀ ਲਾਚੀ ਕਾਹਲੀ ਨਾਲ ਗੁਲ ਨੂੰ ਲਿਪਟ ਗਈ। ਉਹਨੇ ਉਹਦੀ ਉਹ ਪੇਸ਼ਾਵਰੀ ਟੋਪੀ ਜਿਹੀ ਤੇ ਲੁੰਗੀ ਬੰਨੀ ਹੋਈ ਸੀ ਲਾ ਕੇ ਇੱਕ ਪਾਸੇ ਰੱਖ ਦਿੱਤੀ ਤੇ ਉਹਦੇ ਚਿਹਰੇ ਨੂੰ ਪਹਿਲਾਂ ਆਪਣੇ ਹੱਥਾਂ 'ਚ ਲੈ ਕੇ ਫਿਰ ਉਹਨੂੰ ਆਪਣੀਆਂ ਗੱਲਾਂ ਨਾਲ ਲਾ ਕੇ ਪਿਆਰ ਨਾਲ ਬੋਲੀ, ਗੁਲ ਤੂੰ ਪਿਛਲੇ ਮਹੀਨੇ ਮੈਨੂੰ ਮਿਲਣ ਨਹੀਂ ਆਇਆ, ਕਿਉਂ? ਗੁਲ ਚੁੱਪ ਰਿਹਾ। ਉਹ ਆਪਣੇ ਬੇਚੈਨ ਹੱਥਾਂ ਨੂੰ ਵੀ ਖੋਲਦਾ ਤੇ ਕਦੇ ਬੰਦ ਕਰਦਾ। ਉਹਦੀ ਛਾਤੀ ਨਾਲ ਲੱਗੀ ਲਾਚੀ ਦੇ ਦਿਲ ਦੀ ਧੜਕਣ ਸੁਣ ਰਹੀ ਸੀ। ਹੌਲੀ ਹੌਲੀ ਗੁਲ ਦਾ ਹੱਥ ਲਾਚੀ ਦੇ ਲੱਕ ਤੇ ਗਿਆ। ਉਹਨੂੰ ਇੱਕਦਮ ਘੁੱਟ ਕੇ ਆਪਣੇ ਨਾਲ ਲਾ ਲਿਆ, ਫਿਰ ਇੱਕਦਮ ਛੱਡ ਦਿੱਤਾ ਤੇ ਸਿਰ ਝੁਕਾ ਕੇ ਲਾਚੀ ਤੋਂ ਅੱਡ ਹੋ ਕੇ ਬੈਠ ਗਿਆ। ਗੁਲ ਕੀ ਗੱਲ ਹੈ? ਲਾਚੀ ਫਿਰ ਗੁਲ ਦੇ ਕੋਲ ਆ ਗਈ ਤੇ ਗੁਲ ਦਾ ਮੂੰਹ ਆਪਣੇ ਵੱਲ ਫੇਰਦਿਆਂ ਬੋਲੀ, ਕੀ ਗੱਲ ਹੈ, ਦੱਸੇਂਗਾ ਨਹੀਂ? ਗੁਲ ਨੇ ਧੀਮੀ ਆਵਾਜ਼ 'ਚ ਕਿਹਾ, ਮੇਰੀ ਦਰਖਾਸਤ ਨਾਮਨਜ਼ੂਰ ਹੋ ਗਈ ਹੈ। ਕਿਹੜੀ ਦਰਖਾਸਤ? ਹਿੰਦੁਸਤਾਨ ਦਾ ਨਾਗਰਿਕ ਬਣਨ ਦੀ। ਲਾਚੀ ਇੱਕਦਮ ਖਿੜ ਕੇ ਹੱਸਣ ਲੱਗੀ। ਨਾਮਨਜ਼ੂਰ ਹੋ ਗਈ ਤਾਂ ਕੀ ਹੋਇਆ? ਇਸ 'ਚ ਇੰਨਾ ਮੂੰਹ ਲਟਕਾਉਣ ਵਾਲੀ ਕੀ ਗੱਲ ਹੈ? ਸਾਨੂੰ ਖਾਨਾ ਬਦੋਸ਼ ਨੂੰ ਵੇਖ, ਅਸੀਂ ਤਾਂ ਕਿਤੇ ਦੇ ਵੀ ਨਾਗਰਿਕ ਨਹੀਂ ਹੁੰਦੇ, ਜਿੱਥੇ ਜੀ ਕਰਦਾ ਚਲੇ ਜਾਂਦੇ ਹਾਂ। ਤੇਰੀ ਗੱਲ ਹੋਰ ਹੈ, ਮੈਂ ਪਠਾਨ ਹਾਂ, ਪਾਕਿਸਤਾਨ ਦਾ ਰਹਿਣ ਵਾਲਾ। ਮੁਲਕ ਕੀ ਹੁੰਦਾ ਹੈ? ਲਾਚੀ ਨੇ ਪੁੱਛਿਆ। ਮੁਲਕ? ਗੁਲ ਬੋਲਦਿਆਂ ਚੁੱਪ ਹੋ ਗਿਆ। ਥੋੜੀ ਦੇਰ ਲਈ ਉਹਨੇ ਵੀ ਆਪਣੇ ਆਪ ਨੂੰ ਪੁੱਛਿਆ, ਵਾਕਈ ਮੁਲਕ ਕੀ ਹੁੰਦਾ ਹੈ? ਤੇ ਜਦ ਉਹਨੂੰ ਇਹਦਾ ਕੋਈ ਢੁਕਵਾਂ ਜਵਾਬ ਨਾ ਸੁਝਿਆ ਤਾਂ ਉਹਨੇ ਕਿਹਾ, ਮੁਲਕ ਤਾਂ ਮੁਲਕ ਹੁੰਦਾ ਹੈ, ਜਿਵੇਂ ਇੱਕ ਮੁਲਕ ਪਾਕਿਸਤਾਨ ਹੈ, ਇੱਕ ਮੁਲਕ ਹਿੰਦੁਸਤਾਨ ਹੈ, ਇੱਕ ਮੁਲਕ ਚੀਨ ਹੈ, ਇੱਕ ਮੁਲਕ ਜਾਪਾਨ ਹੈ। ਇਹ ਸਭ ਮੁਲਕ ਸਾਰੀ ਧਰਤੀ ਦੇ ਅੱਡ-ਅੱਡ ਹਿੱਸੇ ਹਨ, ਪਰ ਸਾਡੇ ਵਰਗੇ ਖਾਨਾ ਬਦੋਸ਼ਾਂ ਲਈ ਇਹ ਸਾਰੀ ਧਰਤੀ ਇੱਕ ਮੁਲਕ ਹੈ, ਪਰ ਇਸ ਦੁਨੀਆ ਦੇ ਇਨਸਾਨਾਂ ਲਈ ਇੱਕ ਨਹੀਂ ਹੈ। ਗੁਲ ਨੇ ਥੋੜਾ ਗੁੱਸਾ ਹੁੰਦਿਆਂ ਕਿਹਾ, ਉਹਨਾਂ ਨੇ ਜਿਹੜੇ ਆਪਣੇ ਆਪ ਨੂੰ ਇਨਸਾਨ ਤੇ ਤਰੱਕੀ ਪਸੰਦ ਕਹਿੰਦੇ ਹਨ, ਧਰਤੀ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਅਜਿਹੇ ਅੱਡ-ਅੱਡ ਖਾਨਿਆਂ 'ਚ ਵੰਡ ਦਿੱਤਾ ਹੈ। ਇਹ ਤੇਰਾ ਹੈ, ਉਹ ਮੇਰਾ ਹੈ, ਉਹਦਾ ਹੈ, ਪਰ ਤੂੰ ਤਾਂ ਮੇਰਾ ਹੈ। ਲਾਚੀ ਨੇ ਆਪਣੀਆਂ ਦੋਵੇਂ ਬਾਹਾਂ ਨਾਲ ਗੁਲ ਦੇ ਦੁਆਲੇ ਪਿਆਰ ਨਾਲ ਘੇਰਾ ਪਾਉਂਦਿਆਂ ਕਿਹਾ, ਤੂੰ ਤਾਂ ਸਿਰਫ ਮੇਰਾ ਹੈ, ਮੈਨੂੰ ਕਿਸੇ ਮੁਲਕ ਨਾਲ ਕੀ ਲੈਣਾ ਦੇਣਾ? ਮੈਂ ਤਾਂ ਇੱਕ ਗਰੀਬ ਖਾਨਾ ਬਦੋਸ਼ ਕੁੜੀ ਹਾਂ, ਮੈਨੂੰ ਇਹਨਾਂ ਵੱਡੀਆਂ ਵੱਡੀਆਂ ਗੱਲਾਂ ਦੀ ਸਮਝ ਨਹੀਂ। ਜੇ ਤੇਰੀ ਦਰਖਾਸਤ ਉਹਨਾਂ ਨੇ ਨਾਮਨਜ਼ੂਰ ਕਰ ਦਿੱਤੀ ਤਾਂ ਕੀ ਹੋਇਆ? ਅੱਲਾ ਮੀਆਂ ਨੇ ਆਪਣੀ ਮੁਹੱਬਤ ਦੀ ਦਰਖਾਸਤ ਤਾਂ ਨਾਮਨਜ਼ੂਰ ਨਹੀਂ ਕੀਤੀ। ਹੁਣ ਤੈਨੂੰ ਕਿਵੇਂ ਦੱਸਾਂ ਲਾਚੀ? ਗੁਲ ਨੇ ਬਹੁਤ ਉਦਾਸ ਹੋ ਕੇ ਕਿਹਾ, ਇਸ ਦਰਖਾਸਤ ਦੇ ਨਾਮਨਜ਼ੂਰ ਦਾ ਹੋਣ ਦਾ ਮਤਲਬ ਹੈ ਕਿ ਹੁਣ ਮੈਂ ਹਿੰਦੁਸਤਾਨ 'ਚ ਨਹੀਂ ਰਹਿ ਸਕਦਾ, ਤੈਨੂੰ ਹਰ ਮਹੀਨੇ ਮਿਲਣ ਨਹੀਂ ਆਇਆ ਕਰਾਂਗਾ। ਜਦ ਤੂੰ ਕੈਦ ਭੁਗਤ ਕੇ ਬਾਹਰ ਨਿਕਲੇਂਗੀ ਤਾਂ ਮੇਰੀ ਸੂਰਤ ਨਹੀਂ ਵੇਖੇਂਗੀ। ਨਹੀਂ ਨਹੀਂ, ਲਾਚੀ ਚੀਕ ਪਈ, ਤੂੰ ਅਜਿਹਾ ਨਹੀਂ ਕਰ ਸਕਦਾ, ਉਹ ਅਜਿਹਾ ਨਹੀਂ ਕਰ ਸਕਦੇ, ਕੋਈ ਮੇਰੇ ਗੁਲ ਨੂੰ ਮੇਰੇ ਤੋਂ ਖੋ ਨਹੀਂ ਸਕਦਾ। ਲਾਚੀ ਨੇ ਆਪਣੀਆਂ ਬਾਹਾਂ ਨੂੰ ਹੋਰ ਵੀ ਕੱਸ ਲਿਆ ਤੇ ਉਹਨੂੰ ਲਿਪਟ ਕੇ ਬੈਠ ਗਈ। ਫਿਰ ਉਹਦੀਆਂ ਅੱਖਾਂ 'ਚ ਹੰਝੂ ਆ ਗਏ। ਉਹਨੇ ਗੁਲ ਨੂੰ ਕਿਹਾ, ਨਹੀਂ ਨਹੀਂ, ਤੂੰ ਝੂਠ ਬੋਲਦਾ ਹੈ, ਤੂੰ ਮੈਨੂੰ ਪਰੇਸ਼ਾਨ ਕਰਨ ਲਈ ਇਹ ਸਭ ਕੁਝ ਕਹਿ ਰਿਹਾ ਹੈ, ਤੂੰ ਮੇਰੇ ਨਾਲ ਮਜ਼ਾਕ ਕਰਦਾ ਹੈ। ਕਹਿ ਦੇ ਮੇਰੇ ਗੁਲ, ਇਹ ਸਭ ਮਜ਼ਾਕ ਹੈ। ਗੁਲ ਸਿਰ ਝੁਕਾਈ ਚੁੱਪਚਾਪ ਬੈਠਾ ਰਿਹਾ। ਬਹੁਤ ਦੇਰ ਬਾਅਦ ਉਹਨੇ ਸਿਰ ਚੁੱਕਿਆ। ਲਾਚੀ ਨੇ ਵੇਖਿਆ ਉਹਦੀਆਂ ਅੱਖਾਂ 'ਚ ਹੰਝੂ ਛਲਕ ਰਹੇ ਸਨ। ਅਸੀਂ ਲੋਕ ਸੂਦਖੋਰ ਪਠਾਨ ਸੀ, ਵਰ੍ਹਿਆਂ ਤੋਂ ਇਸੇ ਮੁਲਕ 'ਚ ਇਹੋ ਧੰਦਾ ਕਰਦੇ ਸੀ, ਜਦ ਕੋਈ ਰੋਕ ਟੋਕ ਨਹੀਂ ਸੀ। ਮੇਰੇ ਬਾਪ ਨੇ ਕਦੇ ਹਿੰਦੁਸਤਾਨ ਦਾ ਨਾਗਰਿਕ ਬਣਨ ਲਈ ਨਹੀਂ ਸੋਚਿਆ, ਨਾ ਹੀ ਮੈਂ। ਅਸੀਂ ਲੋਕ ਸਾਲ 2 ਸਾਲ ਬਾਅਦ ਆਪਣੇ ਵਤਨ ਜਾਂਦੇ ਸੀ, ਉੱਥੇ ਕੁਝ ਮਹੀਨੇ ਰੁਕ ਕੇ ਫੇਰ ਮੁੜ ਆਉਂਦੇ ਸੀ। ਸਾਡਾ ਰੁਜ਼ਗਾਰ ਇੱਥੇ ਸੀ, ਵਤਨ ਦੂਜਾ ਸੀ। ਪਰ ਹੁਣ ਬਹੁਤ ਕੁਝ ਬਦਲ ਗਿਆ। ਪਹਿਲਾਂ ਇਹ ਇੱਕ ਮੁਲਕ ਸੀ, ਹੁਣ ਇਹਦੇ 2 ਮੁਲਕ ਹੋ ਗਏ। ਹੁਣ ਪਾਕਿਸਤਾਨ ਇੱਕ ਅੱਡ ਤੇ ਆਜ਼ਾਦ ਮੁਲਕ ਹੈ, ਹਿੰਦੁਸਤਾਨ ਦੂਜਾ ਮੁਲਕ ਹੈ, ਅੱਡ ਤੇ ਆਪਦੀ ਥਾਂ ਆਜ਼ਾਦ।
ਕਾਨੂੰਨ ਵੀ ਬਦਲ ਗਏ ਨੇ, ਸੂਦਖੋਰੀ ਤੇ ਪਾਬੰਦੀਆਂ ਲੱਗੀਆਂ ਨੇ। ਮੇਰੇ ਬਾਪ ਦਾ ਧੰਦਾ ਮੰਦੀ 'ਚ ਚਲਾ ਗਿਆ, ਉਹ ਤਾਂ ਪਾਕਿਸਤਾਨ ਜਾ ਰਿਹਾ ਹੈ। ਉਹਨੇ ਤਾਂ ਕਦੇ ਹਿੰਦੁਸਤਾਨ ਦਾ ਨਾਗਰਿਕ ਬਣਨ ਲਈ ਨਹੀਂ ਸੋਚਿਆ। ਮੈਂ ਵੀ ਇਹ ਤੋਂ ਪਹਿਲਾਂ ਕਦੇ ਨਹੀਂ ਸੋਚਿਆ, ਪਰ ਪਹਿਲਾਂ ਤੂੰ ਨਹੀਂ ਸੀ, ਇਸ ਲਈ ਮੈਂ ਕਿਉਂ ਅਜਿਹਾ ਸੋਚਦਾ। ਤੇ ਜਦ ਮੇਰੇ ਦਿਲ 'ਚ ਤੇਰੀ ਮੁਹੱਬਤ ਆਈ ਤਾਂ ਮੈਂ ਇੱਥੇ ਰਹਿਣ ਬਾਰੇ ਸੋਚਿਆ। ਮੈਂ ਹਿੰਦੁਸਤਾਨ ਦਾ ਨਾਗਰਿਕ ਬਣਨ ਦੀ ਦਰਖਾਸਤ ਦਿੱਤੀ, ਪਰ ਜਦ ਇਉਂ ਸੋਚਿਆ ਬਹੁਤ ਦੇਰ ਹੋ ਚੁੱਕੀ ਸੀ। ਉਹਨਾਂ ਲੋਕਾਂ ਨੇ ਮੇਰੀ ਦਰਖਾਸਤ ਨਾਮਨਜ਼ੂਰ ਕਰਤੀ। ਹੁਣ ਉਹ ਮੈਨੂੰ ਇੱਥੇ ਰਹਿਣ ਨਹੀਂ ਦੇਣਗੇ। ਤੇ ਤੈਂ ਉਹਨਾਂ ਨੂੰ ਕਿਹਾ ਹੁੰਦਾ ਕਿ ਮੇਰੀ ਲਾਚੀ ਇੱਥੇ ਹੈ, ਮੈਂ ਇੱਥੋਂ ਕਿਵੇਂ ਜਾ ਸਕਦਾ। ਵੈਸੇ ਤਾਂ ਇਸ ਦੁਨੀਆ 'ਚ ਮੰਦਰ, ਮਸਜਿਦ, ਗਿਰਜਾ ਘਰ ਬਹੁਤ ਨੇ, ਪਰ ਸੱਚ ਪੁੱਛੇ ਜ਼ਮੀਨ ਦਾ ਇੱਕ ਚੱਪਾ ਵੀ ਖੁਦਾ ਦਾ ਨਹੀਂ। ਮੈਂ ਤੈਨੂੰ ਜਾਣ ਨਹੀਂ ਦਿਆਂਗੀ, ਲਾਚੀ ਤਕੜੀ ਹੋ ਕੇ ਬੋਲੀ, ਪਰ ਉਹਦਾ ਦਿਲ ਅੰਦਰ ਹੀ ਅੰਦਰ ਬੁਝਣ ਲੱਗਿਆ। ਥੋੜੀ ਦੇਰ ਬਾਅਦ ਉਹਨੇ ਆਪਣੀਆਂ ਬਾਹਾਂ ਗੁਲ ਨਾਲੋਂ ਵੱਖ ਕਰ ਲਈਆਂ ਤੇ ਆਪਣੇ ਚਿਹਰੇ ਨੂੰ ਉਹਨਾਂ 'ਚ ਲੁਕੋ ਲਿਆ ਤੇ ਸਿਸਕੀਆਂ ਭਰ ਭਰ ਕੇ ਰੋਣ ਲੱਗੀ। ਕਿਉਂ ਰੋਣੀ ਹੈ ਲਾਚੀ? ਪਤਾ ਨਹੀਂ ਕਦੋਂ ਤੋਂ, ਅੱਜ ਤੋਂ ਨਹੀਂ, ਸ਼ਾਇਦ ਸੈਂਕੜੇ ਹਜ਼ਾਰ ਸਾਲ ਤੋਂ, ਮੌਤ ਦੇ ਦਿਨ ਤੋਂ, ਮੁੱਢ ਕਦੀਮ ਤੋਂ ਹੀ ਇਦਾਂ ਰੋ ਰਹੀ ਹੈ। ਮੁਹੱਬਤ ਇਸੇ ਤਰ੍ਹਾਂ ਕਰ ਰਹੀ ਹੈ। ਨਾਮ ਤਾਂ ਬਹੁਤ ਲੈਂਦੇ ਨੇ ਲੋਕ, ਇਨਸਾਨੀਅਤ ਦਾ, ਮੁਹੱਬਤ ਦਾ ਤੇ ਖੂਬਸੂਰਤੀ ਦਾ ਤੇ ਭਾਈਚਾਰੇ ਦਾ, ਹੁਸਨ ਦਾ, ਪਾਕੀਜ਼ਗੀ ਦਾ। ਸਿਆਸਤਦਾਨਾਂ ਨੇ ਇਹਨਾਂ ਕਦਰਾਂ ਦੇ ਰਾਗ ਅਲਾਪ ਕੇ, ਅਦੀਬਾਂ ਨੇ ਕਿਤਾਬਾਂ ਲਿਖ ਕੇ, ਫਿਲਾਸਫਰਾਂ ਨੇ ਜ਼ਿੰਦਗੀਆਂ ਇਸੇ ਸੋਚ ਵਿੱਚ ਘੋਲ ਕੇ ਇਨਸਾਨੀਅਤ, ਮੁਹੱਬਤ ਤੇ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਹੈ। ਪਰ ਕਿਸ ਨੇ ਇਸ ਮੁਹੱਬਤ ਦੇ ਹੰਝੂ ਪੂੰਝੇ ਹਨ? ਕਿਹਨੇ ਇਨਸਾਨੀਅਤ ਨੂੰ ਸੁਹਾਗ ਦਿੱਤਾ ਹੈ? ਕਿਹਨੇ ਪਵਿੱਤਰਤਾ ਦੀ ਇੱਜ਼ਤ ਕੀਤੀ ਹੈ? ਕਿਹਨੇ ਹੁਸਨ ਦੀ ਹਿਫਾਜ਼ਤ ਕੀਤੀ ਹੈ? ਇਹ ਸਭ ਲੋਕ ਮੁਹੱਬਤ ਦੀ ਆੜ ਵਿੱਚ ਨਫ਼ਰਤ, ਇਨਸਾਨੀਅਤ ਦੀ ਓਟ ਵਿੱਚ ਦਰਿੰਦਗੀ, ਖੂਬਸੂਰਤੀ ਦੇ ਪਰਦੇ 'ਚ ਬਦਸੂਰਤੀ, ਪਾਕੀਜ਼ਗੀ ਦੇ ਝਰੋਖੇ 'ਚ ਗੰਦਗੀ ਫੈਲਾ ਕੇ ਆਪਣੀ ਉੱਚੀ ਤਹਿਜ਼ੀਬ ਦਾ ਝੰਡਾ ਉੱਚਾ ਕਰਦੇ ਨੇ। ਤਹਿਜ਼ੀਬ ਇਹਨਾਂ ਇਨਸਾਨਾਂ ਤੋਂ ਜ਼ਿਆਦਾ ਦਰਿਆਈ ਘੋੜਿਆਂ 'ਚ ਪਾਈ ਜਾਂਦੀ ਹੈ। ਗੁਲ ਨੇ ਨਰਮੀ ਨਾਲ ਕਿਹਾ, 7 ਦਿਨ ਦੇ ਅੰਦਰ ਅੰਦਰ ਮੈਨੂੰ ਇੱਥੋਂ ਜਾਣਾ ਪਊ। ਲਾਚੀ ਹੁਬਕੀ ਰੋਣ ਲੱਗੀ। ਗੁਲ ਨੇ ਲਾਚੀ ਦੇ ਹੰਝੂ ਪੂੰਝੇ। ਆਪਣੇ ਹੰਝੂ ਉਹਨੇ ਆਪਣੇ ਹੱਥ ਨਾਲ ਸਾਫ਼ ਕੀਤੇ। ਉਹਦਾ ਹੇਠਲਾ ਜਬਾੜਾ ਕੱਸਿਆ ਗਿਆ। ਉਹਨੇ ਬਹੁਤ ਕਠੋਰਤਾ ਨਾਲ ਆਪਣੀਆਂ ਦੋਵੇਂ ਮੁੱਠੀਆਂ ਮੀਟੀਆਂ ਤੇ ਖੜਾ ਹੋ ਗਿਆ। ਚੰਗਾ ਲਾਚੀ, ਮੈਂ ਜਾਣਾ ਹੁਣ। ਲਾਚੀ ਨੇ ਉਹਦੀਆਂ ਬਾਹਾਂ ਫੜ ਲਈਆਂ। ਨਾ ਜਾ ਮੇਰੇ ਗੁਲ, ਨਾ ਜਾ, ਕਿਤੇ ਨਾ ਜਾ। ਗੁਲ ਨੇ ਭਰੇ ਦਿਲ ਨਾਲ ਇੱਕ ਕਦਮ ਚੁੱਕਿਆ, ਦੂਜਾ ਕਦਮ, ਤੀਜਾ ਕਦਮ। ਲਾਚੀ ਉਹਦੇ ਪੈਰਾਂ ਨਾਲ ਘਿਸੜਦੀ ਆ ਗਈ। ਨਾ ਜਾ ਮੇਰੇ ਗੁਲ, ਨਾ ਜਾ। ਲਾਚੀ ਰੋ ਰੋ ਕੇ ਬੋਲੀ। ਆਖਰੀ ਵਾਰ ਕੋਸ਼ਿਸ਼ ਕਰਕੇ ਗੁਲ ਨੇ ਲਾਚੀ ਦੀ ਗ੍ਰਿਫਤ ਤੋਂ ਆਪਣੇ ਪੈਰ ਆਜ਼ਾਦ ਕੀਤੇ ਤੇ ਦੌੜਦਾ ਹੋਇਆ ਕਮਰੇ ਤੋਂ ਬਾਹਰ ਨਿਕਲ ਗਿਆ। ਲਾਚੀ ਉੱਥੇ ਹੀ ਜ਼ਮੀਨ ਤੇ ਪਈ ਰੋਂਦੀ ਰਹੀ। ਕਾਫੀ ਦੇਰ ਬਾਅਦ ਖੂਬ ਚੰਦ ਅੰਦਰ ਆਇਆ ਤੇ ਲਾਚੀ ਨੂੰ ਜ਼ਮੀਨ ਤੋਂ ਚੁੱਕਿਆ, ਉਹਦੇ ਹੰਝੂ ਪੂੰਝੇ ਤੇ ਉਹਦਾ ਸਿਰ ਆਪਣੇ ਮੋਢੇ ਤੇ ਰੱਖਿਆ ਤੇ ਪੁੱਛਿਆ, ਗੁਲ ਚਲਾ ਗਿਆ? ਹਾਂ, ਲਾਚੀ ਭਰੇ ਹਾਲ ਨਾਲ ਬੋਲੀ। ਤੇ ਹੁਣ ਉਹ ਕਦੇ ਨਹੀਂ ਆਏਗਾ? ਖੂਬ ਚੰਦ ਉਹਦੇ ਸਿਰ ਤੇ ਹੱਥ ਫੇਰ ਕੇ ਬੋਲਿਆ, ਗੁਲ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ, ਪਰ ਇਸ 'ਚ ਉਸ ਵਿਚਾਰੇ ਦਾ ਕੀ ਕਸੂਰ ਹੈ? ਕਸੂਰ ਤਾਂ ਹਾਲਾਤ ਦਾ ਹੈ, ਇਸ ਜ਼ਮਾਨੇ ਦਾ ਹੈ। ਪਰ ਤੂੰ ਫਿਕਰ ਨਾ ਕਰ ਲਾਚੀ, ਗੁਲ ਚਲਾ ਗਿਆ ਤਾਂ ਕੀ ਹੋਇਆ? ਮੈਂ ਤਾਂ ਮੌਜੂਦ ਹਾਂ। ਮੈਂ ਤੇਰੀ ਦੇਖਭਾਲ ਕਰਾਂਗਾ, ਤੈਨੂੰ ਜੇਲ੍ਹ 'ਚ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿਆਂਗਾ। ਤੇ ਜਦ ਤੂੰ ਜੇਲ੍ਹ ਕੱਟ ਕੇ ਬਰੀ ਹੋ ਜਾਏਂਗੀ ਤਾਂ ਮੈਂ ਇਸ ਜੇਲ੍ਹ ਦੀ ਨੌਕਰੀ ਤੋਂ ਅਸਤੀਫਾ ਦੇ ਦਾਂਗਾ, ਤੇਰੇ ਨਾਲ ਵਿਆਹ ਕਰ ਲਵਾਂਗਾ, ਤੈਨੂੰ ਪੈਰਿਸ ਲੈ ਜਾਵਾਂਗਾ, ਦੁਨੀਆ ਨੂੰ ਆਪਣੀ ਇਹ ਨਾਯਾਬ ਤਸਵੀਰ ਦਿਖਾ ਦਿਆਂਗਾ ਤੇ ਦੁਨੀਆ ਨੂੰ ਇਹ ਉੱਤਮ ਚੀਜ਼ ਵੀ ਦਿਖਾਵਾਂਗਾ ਜਿੱਥੋਂ ਪ੍ਰੇਰਿਤ ਹੋ ਕੇ ਮੈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕਦਮ ਲਾਚੀ ਨੇ ਆਪਣਾ ਝੁਕਿਆ ਹੋਇਆ ਸਿਰ ਖੂਬ ਚੰਦ ਦੇ ਮੋਢੇ ਤੋਂ ਚੁੱਕ ਲਿਆ। ਉਹਦਾ ਢਿੱਲਾ ਸਰੀਰ ਇੱਕਦਮ ਕੱਸਿਆ ਗਿਆ। ਖੂਬ ਚੰਦ ਤੋਂ ਅੱਡ ਹੋ ਕੇ ਬੈਠ ਗਈ। ਉਹਨੇ ਆਪਣੇ ਹੰਝੂ ਪੂੰਝ ਲਏ ਤੇ ਗੁੱਸੇ ਭਰੇ ਲਹਿਜੇ 'ਚ ਬੋਲੀ, ਸੁਪਰੀਟਾਨ। ਹਾਂ ਲਾਚੀ, ਕੀ ਤੁਸੀਂ ਮੈਨੂੰ ਉਮਰ ਭਰ ਦੀ ਕੈਦ ਨਹੀਂ ਦੇ ਸਕਦੇ? ਨਹੀਂ ਲਾਚੀ, ਜਿਹਦਾ ਜਿੰਨਾ ਜੁਰਮ ਹੁੰਦਾ ਉਹਨੂੰ ਉਨੀ ਸਜ਼ਾ ਮਿਲਦੀ ਹੈ, ਤਾਂ ਫਿਰ ਮੈਨੂੰ ਕਿਵੇਂ ਉਮਰ ਕੈਦ ਹੋ ਸਕਦੀ ਹੈ? ਜੇ ਤੂੰ ਦੂਜੀ ਵਾਰ ਕਿਸੇ ਇਨਸਾਨ ਨੂੰ ਕਤਲ ਕਰਦਾ ਹੈ ਤਾਂ ਮੈਂ ਜੇਲ੍ਹ ਤੋਂ ਛੁੱਟ ਕੇ ਫਿਰ ਕਤਲ ਕਰਾਂਗੀ ਤੇ ਉਸ ਵਕਤ ਤੱਕ ਇਨਸਾਨਾਂ ਨੂੰ ਕਤਲ ਕਰਦੀ ਰਹਾਂਗੀ ਜਦ ਤੱਕ ਤੁਸੀਂ ਮੈਨੂੰ ਉਮਰ ਕੈਦ ਦੀ ਸਜ਼ਾ ਨਾ ਦਿਓ, ਫਾਂਸੀ ਤੇ ਨਾ ਚੜਾ ਦਿਓ। ਤੂੰ ਅਜਿਹਾ ਕਿਉਂ ਸੋਚਦੀ ਹੈ ਲਾਚੀ? ਇਸ ਲਈ ਕਿ ਤੁਸੀਂ ਸਭ ਕਤਲ ਕਰ ਦੇਣ ਦੇ ਲਾਇਕ ਹੋ। ਫਿਰ ਉੱਥੋਂ ਉੱਠੀ ਤੇ ਤਖਤੇ ਤੇ ਰੱਖੀ ਆਪਣੀ ਅਧੂਰੀ ਤਸਵੀਰ ਵੱਲ ਵਧੀ ਤੇ ਦੋਵਾਂ ਹੱਥਾਂ ਨਾਲ ਤਸਵੀਰ ਨੂੰ ਚੁੱਕ ਲਿਆ ਤੇ ਟੁਕੜੇ ਟੁਕੜੇ ਕਰ ਦਿੱਤਾ। ਤੁਸੀਂ ਔਰਤ ਦੀ ਤਸਵੀਰ ਬਣਾਉਣ ਦਾ ਕੀ ਹੱਕ ਰੱਖਦੇ ਹੋ? ਕਦੇ ਤੁਸੀਂ ਉਹਦੇ ਦਿਲ ਅੰਦਰ ਝਾਤੀ ਮਾਰ ਕੇ ਵੇਖਿਆ? ਤੁਸੀਂ ਤਾਂ ਸਿਰਫ ਉਹਦੇ ਆਲੇ ਦੁਆਲੇ ਲੋਹੇ ਦੀਆਂ ਸਲਾਖਾਂ ਖੜੀਆਂ ਕਰਨੀਆਂ ਜਾਣਦੇ ਹੋ, ਪਰ ਤੁਸੀਂ ਲਾਚੀ ਨੂੰ ਨਹੀਂ ਜਾਣਦੇ। ਮੈਂ ਇੱਕ ਆਜ਼ਾਦ ਖਾਨਾਬਦੋਸ਼ ਕੁੜੀ ਹਾਂ। ਮੇਰੇ ਲਈ ਕੋਈ ਮੁਲਕ ਨਹੀਂ ਹੈ, ਕੋਈ ਕੌਮ ਨਹੀਂ ਹੈ, ਕੋਈ ਮਜ਼ਹਬ ਨਹੀਂ ਹੈ। ਮੈਂ ਹਰ ਕੰਮ ਨੂੰ ਟੱਪ ਜਾਵਾਂਗੀ, ਸਲਾਖਾਂ ਤੋੜ ਦਾਂਗੀ। ਮੈਂ ਚੋਰੀ ਕਰਾਂਗੀ, ਜੇਬਾਂ ਕੁਤਰਾਂਗੀ, ਕਤਲ ਕਰਾਂਗੀ, ਡਾਕੇ ਮਾਰਾਂਗੀ, ਪਰ ਕਦੇ ਕੋਈ ਗੁੱਲ ਤੋਂ ਬਿਨਾਂ ਮੇਰੇ ਸਰੀਰ ਨੂੰ ਹੱਥ ਨਹੀਂ ਲਾ ਸਕੇਗਾ। ਲਾਚੀ ਨੇ ਅਰਸ਼ੋਂ ਫਰਸ਼ ਤੇ ਆਏ ਲਾਚਾਰ ਖੂਬ ਚੰਦ ਨੂੰ ਵੇਖਿਆ ਤੇ ਫਿਰ ਸ਼ਹਿਜ਼ਾਦੀਆਂ ਵਾਂਗ ਇੱਜ਼ਤ ਨਾਲ ਕਦਮ ਚੁੱਕਦੀ ਹੋਈ ਹੌਲੀ ਹੌਲੀ ਕਮਰੇ ਚੋਂ ਬਾਹਰ ਨਿਕਲ ਗਈ।
ਜਿਵੇਂ ਉਹਨੇ ਅੰਜੀਲ ਦੀ ਆਖਰੀ ਆਇਤ ਅਸਮਾਨ ਤੋਂ ਜ਼ਮੀਨ ਉੱਤੇ ਲੈ ਆਉਂਦੀ ਹੋਵੇ ਤੇ ਆਪਣਾ ਕੰਮ ਖਤਮ ਕਰਕੇ ਤਖਤੇਦਾਰ ਵੱਲ ਵੱਧ ਰਹੀ ਹੋਵੇ। ਤੇ ਖੂਬ ਚੰਦ ਨੇ ਸੋਚਿਆ, ਲਾਚੀ, ਕਿ ਕਾਗਜ਼ੀ ਤਸਵੀਰ ਨੂੰ ਪਾੜ ਦੇਣ ਨਾਲ ਮਨ ਦੀ ਤਸਵੀਰ ਵੀ ਪਾੜੀ ਜਾ ਸਕਦੀ ਹੈ। ਬੇਵਕੂਫ, ਦਿਲਰੁਬਾ, ਤੇਰੀ ਤਸਵੀਰ ਤਾਂ ਹੁਣ ਮੈਂ ਅੱਖਾਂ ਬੰਦ ਕਰਕੇ ਵੀ ਬਣਾ ਸਕਦਾ। ਪਰ ਉਹਨੇ ਲਾਚੀ ਨੂੰ ਕੁਝ ਕਿਹਾ ਨਹੀਂ, ਚੁੱਪਚਾਪ ਤਸਵੀਰ ਦੇ ਟੁਕੜੇ ਹੁੰਦੇ ਵੇਖਦਾ ਰਿਹਾ। ਧੰਨਵਾਦ।